सतनाम श्री वाहिगुरु साहिब जियो। बुलाया बोली तेरा तू साहिब गुणी गहेरा। बुलाया बोली तेरा तू साहिब गुणी गहेरा। जप नानक नाम सच सखे अपने दास की पैज रखे। जप नानक नाम सच सखे अपने दास की पैज रखे। परम सत्कारयोग गुरु स्वरूप गुरु साध संगत जीओ, आओ जो निरंकार माज की वार चल रही है। तन 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 गुरु निरंकार सच्चे पातशाह जो साडे ते अमृत की वर्खा कर रहे ने बखरे बखरे रूप दे विच। जो अगां सतगुर सच्चे पातशाह जी इस श्लोक राही ਆਪਾਂ ਨੂੰ ਗਿਆਨ ਦਿੰਦੇ ਨੇ। ਹੁਣ ਜੋ ਸਤਿਗੁਰਾਂ ਦੀਆਂ ਕੁਦਰਤ ਹੈ ਉਸ ਦੇ ਵਿੱਚ ਕੁਝ ਚੀਜ਼ਾਂ ਨੂੰ ਸਤਿਗੁਰਾਂ ਨੇ ਮੁੱਖ ਰੱਖ ਕੇ ਸਾਨੂੰ ਗਿਆਨ ਦਿੱਤਾ। ਸੋ ਆਓ ਕਰੋ ਕਿਰਪਾ ਨਿਰੰਕਾਰ ਸੱਚੇ ਪਾਤਸ਼ਾਹ ਜੀ ਅਗਾਂਹ ਕੀ ਕਹਿੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਿਲਾ ਪਹਿਲਾ। ਜਾਂ ਪੱਕਾ ਤਾਂ ਕਟਿਆ ਰਹੀ ਸਫਲ ਰਵਾੜ। ਇਸ ਤੇ ਜਿਹੜੇ ਅਰਥ ਪਹਿਲਾਂ ਆਪਾਂ ਉਹ ਕਰ ਲਈਏ ਜਿਹੜੇ ਦੁਨਿਆਵੀ ਨੇ, ਉਸ ਤੋਂ ਬਾਅਦ ਭਾਵਨਾ ਵਾਲੇ ਕਰਾਂਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਇੱਕ ਖੇਤ ਨੂੰ ਮੁੱਖ ਰੱਖ ਕੇ ਉਹਦੇ ਵਿੱਚ ਜਿਹੜੀ ਖੇਤੀ ਬੀਜੀ ਜਾਂਦੀ ਹੈ ਕਣਕ ਦੀ, ਉਸ ਨੂੰ ਮੁੱਖ ਰੱਖ ਕੇ ਗਿਆਨ ਦਿੰਦੇ ਨੇ। ਕਹਿੰਦੇ ਵੀ ਜਿਸ ਇਹ ਖੇਤ ਪੱਕ ਜਾਂਦਾ, ਜਿਹੜਾ ਖੇਤ ਦਾ ਮਾਲਕ ਹੈ ਉਹ ਜਿਹੜੀ ਪੱਕੀ ਹੋਈ ਕਣਕ ਹੈ ਉਹਨੂੰ ਉੱਤੋਂ ਉਹਦੇ ਸਿੱਟੇ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਦਾਣੇ ਨੇ ਉਹਨਾਂ ਨੂੰ ਤੋੜ ਲੈਂਦਾ। ਬਾਅਦ ਦੇ ਵਿੱਚ ਪ੍ਰਣਾਲੀ ਵਾੜ ਪਿੱਛੇ ਖੜੀ ਰਹਿੰਦੀ ਹੈ। ਸਣ ਕਿਸਾਰਾ ਚਿੱਥਿਆ ਕਣ ਲਿਆ ਤਨ ਝਾੜ। ਫਿਰ ਉਹ ਜਿਹੜੇ ਸਿੱਟੇ ਨੇ ਇਸ ਮਾਲਕ ਨੇ ਜ਼ਿਮੀਂਦਾਰ ਨੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆ ਗਿਆ ਔਰ ਉਸ ਦੇ ਉੱਤੇ ਉਹ ਕੀ ਕਹਿੰਦੇ ਨੇ ਪਿੜ ਪਾਇਆ। ਪਿਛਲੇ ਸਮੇਂ ਦੇ ਵਿੱਚ ਇਹ ਜਿਹੜਾ ਪਿੜ ਹੁੰਦਾ ਸੀ ਆਪਾਂ ਪਸ਼ੂਆਂ ਦੇ ਨਾਲ ਹੀ ਉਹਨੂੰ ਪਾਇਆ ਕਰਦੇ ਹੁੰਦੇ ਸਨ। ਅੱਜ ਕੱਲ੍ਹ ਤਾਂ ਚਲੋ ਮਸ਼ੀਨਾਂ ਆ ਗਈਆਂ ਜਿਨ੍ਹਾਂ ਦੇ ਨਾਲ ਦਾਣੇ ਜੁਦੇ ਕੱਟ ਜਾਂਦੇ ਨੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਇਹ ਸਿੱਟਿਆਂ ਦੇ ਉੱਤੇ ਜਿਹੜੇ ਲੰਬੇ ਲੰਬੇ ਬਾਲ ਹੁੰਦੇ ਨਾ, ਇਹਨਾਂ ਨੂੰ ਕਸੀਰਾ ਕਹਿੰਦੇ ਨੇ। ਜਦੋਂ ਤੁਸੀਂ ਕਣਕ ਦਾ ਛਿੱਟਾ ਦੇਖੋਗੇ ਨਾ, ਉਹ ਜਿਹੜੇ ਲੰਬੇ ਲੰਬੇ ਬਾਲ ਹੁੰਦੇ ਨੇ ਉਹਨਾਂ ਨੂੰ ਕਿਹਾ, ਉਹਨਾਂ ਦੇ ਸਣੇ ਹੀ ਉੱਥੇ ਉਹਨਾਂ ਨੂੰ ਰੱਖ ਲਿਆ। ਰੱਖ ਕੇ ਫਿਰ ਕੀ ਕੀਤਾ, ਜਿਸ ਵੇਲੇ ਉਹਨਾਂ ਨੇ ਉਹ ਪਿੜ ਪਾਇਆ ਤੇ ਉਹ ਪਿੜ ਦੇ ਰਾਹੀਂ ਜੋ ਘਾਹ ਫੂਸ ਜਾਂ ਇਹ ਜਿਹੜੇ ਸਨ ਤਿੱਖੇ ਤਿੱਖੇ ਸਿੱਟੇ ਵੀ ਜਿਹੜੇ ਕੰਢੇ ਸਨ ਇਹ ਜੁਦੇ ਹੋ ਗਏ ਤੇ ਅਨਾਜ ਜੁਦਾ ਹੋ ਗਿਆ। ਤੇ ਉਹ ਜੀਵ ਨੇ ਉਹ ਅਨਾਜ ਨੂੰ ਚੱਕ ਕੇ ਇੱਕ ਸਾਫ਼ ਸੁਥਰੀ ਜਗ੍ਹਾ ਦੇ ਉੱਤੇ ਰੱਖ ਲਿਆ। ਦੁਏਪੁਰ ਚੱਕੀ ਜੋੜ ਕੇ ਪੀਸਣ ਆਏ ਬੈਠ। ਫਿਰ ਕੀ ਉਹਨੂੰ ਉਸ ਨੇ ਦੋ ਚੱਕੀ ਲਈ, ਚੱਕੀ ਲੈ ਕੇ ਉਹਦੇ ਵਿੱਚੋਂ ਦਾਣੇ ਪਾਏ ਤੇ ਚੱਕੀ ਫੇਰੀ ਤਾਂ ਉਸ ਨੂੰ ਪੀਸਣ ਬੈਠ ਗਿਆ। ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਡਿਠ। ਨਿਰੰਕਾਰ ਕਹਿੰਦੇ ਨੇ ਜਿਹੜੇ ਦਾਣੇ ਤਾਂ ਚੱਕੀ ਦੀ ਗਲੀ ਦੇ ਵਿੱਚ ਪੈ ਗਏ ਉਹ ਤਾਂ ਪੀਸੇ ਗਏ, ਪਰ ਜਿਹੜੇ ਦਾਣੇ ਕੁਝ ਬਾਹਰ ਡਿੱਗ ਪਏ ਉਹ ਉਸੇ ਤਰ੍ਹਾਂ ਸ਼ਬਦ ਸੂਰਤ ਰਹਿ ਕੇ ਬਚ ਗਏ ਉਹਦੇ ਕੋਲੋਂ। ਇਹ ਜਿਹੜਾ ਸ਼ਬਦ ਹੈ ਨਿਰੰਕਾਰ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਕਿਰਪਾ ਕਰਦੇ ਨੇ ਕਿ ਮਨਮੁਖਾਂ ਦੇ ਤੇ ਗੁਰਮੁਖਾਂ ਦਾ ਗਿਆਨ ਸਾਨੂੰ ਦਿੰਦੇ ਨੇ। ਕਹਿੰਦੇ ਦੇਖੋ ਭਾਈ, ਇਹ ਜਿਹੜਾ ਸੰਸਾਰ ਇਹ ਉਹ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦਾ ਖੇਤ ਹੈ। ਜਦੋਂ ਸਮਾਂ ਆ ਜਾਂਦਾ ਉਹ ਜਿਸ ਵੇਲੇ ਉਸ ਨੂੰ ਪਾਉਂਦਾ ਹੈ, ਉਹ ਇੱਥੇ ਜਿਹੜੇ ਜੀਵ ਨੂੰ ਭੇਜ ਕੇ ਸੰਸਾਰ ਦੇ ਉੱਤੇ ਬੰਦਗੀ ਕਰਨ ਵਾਸਤੇ, ਨਾਮ ਕਮਾਉਣ ਵਾਸਤੇ, ਜੀਵਨ ਨੂੰ ਸਫਲ ਕਰਨ ਵਾਸਤੇ ਆਉਂਦਾ ਹੈ ਜੀਵ। ਪਰ ਕਈ ਵਾਰ ਭੁੱਲ ਜਾਂਦਾ ਇਹਨਾਂ ਚੀਜ਼ਾਂ ਨੂੰ
ਨਿਰੰਕਾਰ ਜਦੋਂ ਉਹਦਾ ਸਮਾਂ ਹੁੰਦਾ ਹੈ, ਉਹਦੇ ਦਿੱਤੇ ਹੋਏ ਸਵਾਸ ਪੂਰੇ ਹੋ ਜਾਂਦੇ ਨੇ, ਉਹਨੂੰ ਇੱਥੋਂ ਲੈ ਕੇ ਚਲੇ ਜਾਂਦਾ, ਉਹਦੀ ਆਤਮਾ ਨੂੰ। ਜਿਹੜੀ ਆਤਮਾ ਹੈ ਉਹ ਫਿਰ ਵਾਪਸ ਚਲੇ ਜਾਂਦੀ ਹੈ, ਤੇ ਜਦੋਂ ਵਾਪਸ ਚਲੇ ਜਾਂਦੀ ਹੈ ਫਿਰ ਕੀ ਕਹਿੰਦੇ ਨੇ, ਇਹ ਆਤਮਾ ਉੱਥੇ ਜਾ ਕੇ ਯਮਰਾਜ ਦੇ ਮੂਹਰੇ, ਜਿਨ੍ਹਾਂ ਨੇ ਕੁਝ ਵੀ ਕਮਾਈ ਨਹੀਂ ਸੰਸਾਰ ਦੇ ਉੱਤੇ ਕੀਤੀ, ਕਹਿੰਦੇ ਫਿਰ ਯਮਰਾਜ ਦੇ ਮੂਹਰੇ ਇਹ ਆਤਮਾ ਨੂੰ ਖੜੀ ਕੀਤਾ ਜਾਂਦਾ ਹੈ। ਉੱਥੇ ਜਦੋਂ ਖੜਿਆ ਕੀਤਾ ਜਾਂਦਾ ਫਿਰ ਇਸ ਦੇ ਸਾਰੇ ਗੁਨਾਹ ਤੇ ਕੀਤੇ ਹੋਏ ਪਾਪ ਤੇ ਚੰਗੇ ਗੁਣ ਦੇਖੇ ਜਾਂਦੇ ਨੇ। ਫਿਰ ਚੰਗੇ ਗੁਣ ਤੇ ਮਾੜੇ ਗੁਣ ਜਿਹੜੇ ਨੇ ਉਹਨਾਂ ਨੂੰ ਇੱਕ ਦੂਜੇ ਤੋਂ ਦੂਰ ਕੀਤਾ ਜਾਂਦਾ, ਜਿੱਦਾਂ ਅਸੀਂ ਦਾਣੇ ਤੇ ਦਾਣੇ ਦੇ ਸਿੱਟੇ ਦੇ ਵਿੱਚ ਜਿਹੜੇ ਕੰਢੇ ਨੇ ਉਹਨਾਂ ਨੂੰ ਕਰਦੇ ਹਾਂ। ਫਿਰ ਕੀ ਹੁੰਦਾ, ਇਹ ਜਿਹੜੀ ਆਤਮਾ ਹੈ ਜਿਸ ਨੇ ਬੇਅੰਤ ਪਾਪ ਕੀਤੇ ਹੁੰਦੇ ਨੇ, ਉਸ ਨੂੰ ਫਿਰ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ, ਉਹ ਜੇ ਤਾਂ ਜਿਹੜਾ ਮਨਮੁਖ ਜੀਵਨ ਹੈ, ਜੀਵ ਹੈ, ਇੱਥੇ ਮਨਮੁਖਾਂ ਵਾਲਾ ਜੀਵਨ ਬਤੀਤ ਕਰਕੇ ਗਿਆ, ਸਦਾ ਕੁਕਰਮ ਹੀ ਕੀਤੇ, ਵੱਡਾ ਵਿਕਾਰੀ ਬਣ ਕੇ ਇੱਥੋਂ ਸੰਸਾਰ ਤੋਂ ਗਿਆ, ਫਿਰ ਉਹਨਾਂ ਨੂੰ ਉੱਥੇ ਪੀਆ ਜਾਂਦਾ ਹੈ, ਜਾਣੀ ਕਿ ਸਿੱਟਿਆ ਜਾਂਦਾ, ਉਹਨਾਂ ਨੂੰ ਭਿਆਨਕ ਤੋਂ ਭਿਆਨਕ ਅੱਗ ਦੇ ਵਿੱਚ ਸਾੜਿਆ ਜਾਂਦਾ, ਕੁੰਭੀ ਨਰਕਾਂ ਦੇ ਵਿੱਚ ਉਹਨਾਂ ਨੂੰ ਪਾਇਆ ਜਾਂਦਾ ਹੈ। ਇਹ ਉੱਤੇ ਫਿਰ ਇਹਨਾਂ ਨੂੰ ਇਸ ਨੂੰ ਅਨੇਕਾਂ ਤਰ੍ਹਾਂ ਦੀਆਂ ਸਜ਼ਾਵਾਂ ਦੇ ਕੇ ਯਮਰਾਜ ਦੇਖ ਰਿਹਾ ਹੁੰਦਾ ਹੈ। ਜੋ ਦਰ ਰਹੇ ਸੇ ਉਭਰੇ ਨਾਨਕ ਅਜਬ ਡਿਠ, ਕਹਿੰਦੇ ਪਰ ਜਿਹੜੇ ਦਾਣੇ ਗਲੀ ਦੇ ਵਿੱਚ ਪੈ ਗਏ, ਚੱਕੀ ਦੀ ਗਲੀ ਦੇ ਵਿੱਚ, ਉਹ ਪੀਸੇ ਗਏ। ਪਰ ਜਿਨ੍ਹਾਂ ਦੇ ਉੱਤੇ ਸੰਸਾਰ ਦੇ ਉੱਤੇ ਨਿਰੰਕਾਰ ਨੇ ਕਿਰਪਾ ਕੀਤੀ, ਉਹ ਸੁਚੇਤ ਹੋ ਗਏ, ਉਹਨਾਂ ਨੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦਾ ਪੱਲਾ ਫੜ ਲਿਆ। ਉਹ ਫਿਰ ਦਾਣੇ ਇਸ ਤਰ੍ਹਾਂ ਨੇ ਕਿ ਜਿਹੜੇ ਕਿ ਗਲੀ ਦੇ ਵਿੱਚ ਪਏ ਨਹੀਂ, ਬਾਹਰ ਡਿੱਗ ਪਏ। ਉਹ ਜਿਹੜੇ ਸਨ ਉਹ ਫਿਰ ਇਹ ਚੱਕੀ ਦੇ ਪੁੜਾਂ ਦੇ ਕੋਲੋਂ ਬਚ ਗਏ। ਭਾਈ ਜਿਨ੍ਹਾਂ ਨੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਸੰਸਾਰ ਦੇ ਉੱਤੇ ਬੰਦਗੀ ਕੀਤੀ, ਨਿਰੰਕਾਰ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਮੰਨਿਆ, ਉਹ ਸੰਪੂਰਨ ਤੌਰ ਦੇ ਉੱਤੇ ਇੱਥੇ ਪੂਰੇ ਬਣ ਕੇ ਹੀ ਰਹੇ। ਮਹਿਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ, ਕਟ ਕੁਟ ਬੱਦਾ ਪਾਏ। ਹੁਣ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਦੇਖ ਹੇ ਜੀਵ, ਆ ਜਿਹੜਾ ਤੂੰ ਮਿੱਠਾ ਖਾਣਾ ਹੈ, ਚਾਹੇ ਉਹ ਗੁੜ ਰੂਪੀ ਹੈ, ਸ਼ੱਕਰ ਰੂਪੀ ਹੈ, ਜਾਂ ਮਿਸਰੀ ਰੂਪੀ ਹੈ, ਜਾਂ ਖੰਡ ਰੂਪੀ ਹੈ, ਹੁਣ ਇਸ ਤਰ੍ਹਾਂ ਦੇਖ, ਤੇਰੇ ਜੀਵਨ ਨੂੰ ਮੈਂ ਇਸ ਦੇ ਬਰੋਬਰ ਰੱਖ ਕੇ ਤੈਨੂੰ ਹੁਣ ਗਿਆਨ ਦੇਣ ਲੱਗਾ ਹਾਂ। ਕਹਿੰਦੇ ਦੇਖ, ਜਿਹੜਾ ਤੂੰ ਮਿੱਠਾ ਖਾਣਾ ਹੈ, ਪਹਿਲਾਂ ਜਿਹਦਾ ਉਹਦਾ ਅਸਲੀ ਮੱਝੇ ਦਾ ਜਿਹੜਾ ਉਸਦਾ ਅਸਲੀ ਮਾਲਕ ਹੈ, ਉਸ ਵੱਲ ਦੇਖ, ਉਹ ਹੈ ਗੰਨਾ। ਜਦੋਂ ਗੰਨਾ ਸੰਪੂਰਨ ਤੌਰ ਦੇ ਉੱਤੇ ਰਸ ਦੇ ਵਿੱਚ ਭਰ ਜਾਂਦਾ ਹੈ, ਇਹ ਫਿਰ ਜ਼ਮੀਨ ਦੇ ਵਿੱਚੋਂ ਉਸ ਦਾ ਮਾਲਕ ਉਹਨੂੰ ਕੱਟ ਕੇ ਉਹਦੇ ਆਗ ਜੁਦੇ ਕਰ ਦਿੰਦਾ। ਜਿਹੜੀ ਖਾਈ ਹੁੰਦੀ ਆ, ਆਲੇ ਦੁਆਲੇ ਪੱਤੇ ਜਿਹੜੇ ਲੱਗੇ ਹੁੰਦੇ ਨੇ, ਜਿਨ੍ਹਾਂ ਦਾ ਕੋਈ ਫਿਰ ਜਿਨ੍ਹਾਂ ਦੇ ਨਾਲ ਉਹ ਗੰਨਾ ਢਕਿਆ ਹੁੰਦਾ, ਉਹਨਾਂ ਸਾਰਿਆਂ ਨੂੰ ਉਹ ਕੱਟ ਦਿੰਦਾ ਤੇ ਕਰਦਾ ਕੀ, ਫਿਰ ਰੱਸੇ ਦੇ ਵਿੱਚ ਘੁੱਟ ਕੇ ਬੰਨ੍ਹ ਕੇ ਉਸ ਨੂੰ ਆਪਣੇ ਘਰ ਨੂੰ ਲੈ ਕੇ ਜਾਂਦਾ ਹੈ। ਖੁੰਡਾ ਅੰਦਰ ਰੱਖ ਕੇ ਦੇਨ ਸੋ ਮਲ ਸਜਾਏ। ਬਹੁਤਾ ਸਮਾਂ ਨਹੀਂ ਲਾਉਂਦਾ, ਫਿਰ ਕੀ ਕਰਦਾ, ਖੁੰਡਾ ਕਹਿੰਦੇ ਨੇ ਵੇਲਣਾ। ਤੁਸੀਂ ਵੇਲਣਾ ਦੇਖਿਆ ਹੁੰਦਾ, ਇਹ ਦੋ ਤਰ੍ਹਾਂ ਦੇ ਵੇਲਣੇ ਹੁੰਦੇ ਨੇ, ਇੱਕ ਜਿਹਨਾਂ ਦੇ ਪੁੜ ਇਸ ਤਰ੍ਹਾਂ ਖੜੇ ਹੁੰਦੇ ਨੇ ਤੇ ਇੱਕ ਜਿਹਨਾਂ ਦੇ ਇਸ ਤਰ੍ਹਾਂ ਹੁੰਦੇ ਨੇ। ਔਰ ਇਹ ਵੇਲਣੇ ਦੇ ਵਿੱਚ ਫਿਰ ਇਸ ਗੰਨੇ ਨੂੰ ਬਹੁਤ ਬੁਰੀ ਤਰ੍ਹਾਂ ਪੀੜਿਆ ਜਾਂਦਾ, ਕਈ ਵਾਰ 2-2 ਵਾਰ, ਕਈ ਵਾਰ 3-3 ਵਾਰ ਪੀੜ ਕੇ ਉਹਨੂੰ ਬੜੀ ਭਾਰੀ ਉਸ ਦੁੱਖ ਤਕਲੀਫ ਤੇ ਸਜ਼ਾ ਇਹ ਦਿੱਤੀ ਜਾਂਦੀ ਹੈ। ਰਸ ਕਸ ਟਟਰ ਪਾਈਐ, ਤਪੈ ਤੇ ਬਿਲ ਲਾਏ। ਜਾਂ ਆਪਾਂ ਏਦਾਂ ਵੀ ਕਹਿ ਸਕਦੇ ਹਾਂ ਵੀ ਉਹਨੂੰ ਬੜੀ ਭਾਰੇ ਦੁੱਖ ਤੱਕ ਦਿੱਤੇ ਜਾਂਦੇ ਨੇ, ਬੜੇ ਉਸ ਨੂੰ ਕਸ਼ਟ ਦਿੱਤੇ ਜਾਂਦੇ ਨੇ। ਉਹ ਇਸ ਕਰਕੇ ਫਿਰ ਕੀ ਹੁੰਦਾ, ਕਹਿੰਦੇ ਰਸ ਕਸ ਟੱਟਰ ਪਾਈਏ। ਟੱਟਰ ਕਹਿੰਦੇ ਨੇ ਕੜਾਹੇ ਨੂੰ, ਜਿਸ ਵਿੱਚ ਇਸ ਰਸ ਨੂੰ ਕੜਾਹੇ ਦੇ ਵਿੱਚ ਪਾ ਦਿੱਤਾ ਜਾਂਦਾ, ਫਿਰ ਇਹਦੇ ਥੱਲੇ ਅੱਗ ਬਾਲੀ ਜਾਂਦੀ ਹੈ ਤੇ ਇਹ ਰਸ ਨੂੰ ਤਪਾਇਆ ਜਾਂਦਾ, ਰਸ ਨੂੰ ਰਿੰਨਿਆ ਜਾਂਦਾ ਹੈ। ਤੇ ਫਿਰ ਕੀ ਹੁੰਦਾ, ਇਹ ਰਸ ਜਿਹੜੀ ਆ, ਰਸ ਦੇ ਵਿੱਚੋਂ ਜੋ ਵੀ ਪਾਣੀ ਵੱਖਰਾ ਹੋ ਜਾਂਦਾ, ਇਹ ਇੱਕ ਗੁੜ ਰੂਪੀ ਬਣ ਜਾਂਦਾ। ਉਹ ਜਦੋਂ ਗੁੜ ਰੂਪੀ ਬਣਿਆ ਹੁੰਦਾ, ਉਹਦੇ ਵਿੱਚੋਂ ਇੱਕ ਆਵਾਜ਼ ਆਉਂਦੀ ਹੈ ਜਿਹੜੀ ਕਿ ਸੂੰ ਦੀ, ਪਰ ਇੱਥੇ ਨਿਰੰਕਾਰ ਕਹਿੰਦੇ ਨੇ ਉਹ ਬੜਾ ਉਸ ਵੇਲੇ ਰੋਂਦਾ ਹੈ, ਬੜਾ ਵਿਰਲਾਪ ਕਰਦਾ, ਪਰ ਉਹਨੂੰ ਸੁਣਨ ਵਾਲਾ ਕੋਈ ਨਹੀਂ ਹੈ। ਪੀਸੋ ਫੋਗ ਸੰਭਾਲੀਐ, ਦਿੱਚੈ ਅੱਗ ਜਲਾਏ। ਜਿਹੜਾ ਇਸ ਦਾ ਸਰੀਰ ਦਾ ਹਿੱਸਾ ਹੁੰਦਾ, ਜਿਹਨੂੰ ਅਸੀਂ ਗੰਨੇ ਨੂੰ ਆਗ ਜਾਂ ਹੋਰ ਗੰਨੇ ਦੇ ਵਿੱਚੋਂ
ਆਪਾਂ ਰਸ ਕੱਢ ਲੈਨੇ, ਜਿਹੜਾ ਗੰਨੇ ਦਾ ਫੋਲਕ ਰਹਿ ਜਾਂਦਾ ਉਸ ਨੂੰ ਵੀ ਸਿੱਟਿਆ ਨਹੀਂ ਜਾਂਦਾ। ਇਹ ਜ਼ਿਮੀਂਦਾਰ ਉਸ ਨੂੰ ਧੁੱਪੇ ਰੱਖ ਕੇ ਸੁਕਾਉਂਦਾ, ਇਹੀ ਦੇ ਨਾਲ ਹੀ ਅੱਗ ਬਾਲ ਕੇ ਇਹ ਰਸ ਨੂੰ ਗਰਮ ਕਰਦਾ ਹੈ ਔਰ ਉਸ ਨੂੰ ਫਿਰ ਜਲਾ ਦਿੱਤਾ ਜਾਂਦਾ, ਸਾੜ ਦਿੱਤਾ ਜਾਂਦਾ ਹੈ। ਨਾਨਕ ਮਿੱਠਾ ਪੱਤਰੀਐ ਵੇਖੋ ਲੋਕਾਂ ਆਏ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਮਿੱਠੇ ਪਦਾਰਥ ਖਾਣ ਵਾਲਿਓ ਲੋਕੋ, ਪਹਿਲਾਂ ਇੱਕ ਵਾਰ ਗੰਨੇ ਨੂੰ ਜੋ ਕੁਝ ਹੁੰਦਾ ਹੈ ਉਹ ਤੁਸੀਂ ਦੇਖ ਲਵੋ। ਇੱਥੇ ਹੁਣ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਫਿਰ ਇੱਥੇ ਜਿਹੜੇ ਜੀਵ ਨਿਰੰਕਾਰ ਦੇ ਕੋਲੋਂ ਦੇ ਰਾਹ ਦੇ ਉੱਤੋਂ ਬੇਰਾਹੇ ਹੋਏ ਨੇ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਗਿਆਨ ਦਿੰਦੇ ਨੇ। ਕਹਿੰਦੇ ਦੇਖ, ਇਹ ਜਿਹੜਾ ਸੰਸਾਰ ਹੈ ਸਮਝ ਲੈ ਇਹ ਗੰਨੇ ਦਾ ਖੇਤ ਹੈ। ਤਾਂ ਉਹ ਗੰਨਾ ਜਿਹੜਾ ਹੈ, ਗੰਨੇ ਨੂੰ ਜਦੋਂ ਇਹ ਗੰਨੇ ਦੇ ਵਿੱਚ ਸਮਾਂ ਉਸ ਦਾ ਹੋ ਜਾਣਾ ਕੱਟਣ ਦਾ, ਤਾਂ ਇਸ ਦੇ ਮਾਲਕ ਨੇ ਉਹਨੂੰ ਕੱਟ ਕੇ ਲੈ ਜਾਣਾ ਤੇ ਆਗ ਵੀ ਜੁਦੇ ਕਰ ਦੇਣੇ ਨੇ, ਤਾਂ ਉਹਦੇ ਫੋਲਕ ਨੂੰ ਵੀ ਜੁਦਾ ਕਰ ਦੇਣਾ। ਫਿਰ ਇਸ ਨੂੰ ਬੜੀ ਘੁੱਟ ਕੇ ਬੰਨ੍ਹ ਕੇ ਉਹ ਆਪਣੇ ਗ੍ਰਹਿ ਲੈ ਕੇ ਚਲੇ ਜਾਂਦਾ, ਘਰ ਲੈ ਕੇ ਚਲੇ ਜਾਂਦਾ। ਹੁਣ ਉੱਥੇ ਜਾ ਕੇ ਉਹ ਗੰਨੇ ਨੂੰ ਫਿਰ ਬੇਲਣੇ ਦੇ ਵਿੱਚ ਪੀੜਦਾ ਹੈ, ਬੜੀ ਉਸ ਨੂੰ ਉੱਥੇ ਵੀ ਸਜ਼ਾ ਮਿਲਦੀ ਹੈ। ਕਹਿੰਦੇ ਦੇਖ, ਇਹ ਸੰਸਾਰ ਦੇ ਉੱਤੇ ਆਏ ਹੋਏ ਜੀਵ, ਅਗਰ ਤੂੰ ਉਹ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਨਾ ਜੁੜਿਆ, ਤੇਰਾ ਹਾਲ ਇਹ ਹੋਣਾ ਵੀ ਜਿਸ ਵੇਲੇ ਤੇਰੀ ਇਸ ਸਰੀਰ ਦੇ ਵਿੱਚੋਂ ਆਤਮਾ ਨੂੰ ਕੱਢ ਲੈਣਾ। ਹੁਣ ਸਰੀਰ ਗੰਨਾ ਹੈ, ਆਤਮਾ ਜਿਹੜੀ ਉਹ ਉਸ ਦਾ ਰਸ ਹੈ, ਪਰ ਹੈ ਮਨਮੁਖਾਂ ਵਾਲਾ ਜੀਵਨ। ਇੱਥੇ ਬਹੁਤ ਪਾਪਾਂ ਦੇ ਨਾਲ ਭਰਿਆ ਹੋਇਆ ਇਹ ਜੀਵਨ ਤੂੰ ਬਤੀਤ ਕਰਕੇ ਸੰਸਾਰ ਦੇ ਉੱਤੇ ਜਿਸ ਲਈ ਜਾ ਰਿਹਾ। ਜਮਰਾਜ ਇਸ ਆਤਮਾ ਨੂੰ ਲੈ ਕੇ ਚਲੇ ਜਾਂਦੇ ਨੇ। ਬਾਅਦ ਦੇ ਵਿੱਚ ਉਹ ਜਿਹੜਾ ਗੰਨਾ, ਜਿਸ ਤਰ੍ਹਾਂ ਆਪਾਂ ਰਸ ਕੱਢ ਲੈਨੇ ਗੰਨਾ, ਉਸ ਤਰ੍ਹਾਂ ਪਿਆ ਰਹਿੰਦਾ ਹੈ। ਇਸੇ ਤਰ੍ਹਾਂ ਜਿਹਦੀ ਕੋਈ ਕਦਰ ਨਹੀਂ, ਕੋਈ ਕੁਛ ਨਹੀਂ, ਤੇ ਇਸੇ ਤਰ੍ਹਾਂ ਉਹ ਗੰਨੇ ਵਾਂਗੂ ਤੂੰ ਵੀ ਇੱਥੇ ਜਿਹੜਾ ਸਰੀਰ ਹੈ, ਜਾਨ ਤੋਂ ਬਗੈਰ, ਜਿੰਦ ਤੋਂ ਬਗੈਰ, ਆਤਮਾ ਤੋਂ ਬਗੈਰ ਮਿੱਟੀ ਦੀ ਢੇਰੀ ਬਣ ਕੇ ਪਿਆ। ਲੋਕ ਤੇਰੇ ਕੋਲ ਵੀ ਨਹੀਂ ਆਣਗੇ, ਲੋਕ ਤੇਰੇ ਕੋਲੋਂ ਦੂਰ ਦੂਰ ਪ੍ਰੇਤ ਕਰਕੇ ਭੱਜਣਗੇ। ਸੋ ਕੀ ਹੁੰਦਾ, ਕਹਿੰਦੇ ਵੀ ਜਿਹੜੀ ਤੇਰੀ ਇਹ ਆਤਮਾ ਹੈ, ਜਿਸ ਨੇ ਬੜੇ ਪਾਪ ਕੀਤੇ ਤਾਂ ਕੋਈ ਵੀ ਪੁੰਨ ਨਾ ਕੀਤਾ, ਇਸ ਨੂੰ ਫਿਰ ਕੁੱਬੀ ਨਰਕਾਂ ਦੇ ਵਿੱਚ ਉੱਥੇ ਤਪਾਇਆ ਜਾਂਦਾ। ਬੜੇ ਦੁੱਖ ਪਾਉਂਦੀ ਇਹ, ਉੱਥੇ ਬੜੇ ਦੁੱਖ ਦਿੱਤੇ ਜਾਂਦੇ ਨੇ ਜਮਰਾਜਾਂ ਦੇ ਕੋਲੋਂ। ਜਮਰਾਜ ਵੱਲੋਂ ਜਿਹੜੇ ਜਮ ਨੇ ਉੱਥੇ ਦੈਂਤ ਨੇ, ਜਿਨ੍ਹਾਂ ਦੀਆਂ ਡਿਊਟੀਆਂ ਨਿਰੰਕਾਰ ਨੇ ਲਾਈਆਂ ਹੋਈਆਂ ਨੇ, ਬੜੇ ਦੁੱਖ ਦਿੰਦੇ ਨੇ। ਫਿਰ ਇਹ ਆਤਮਾ ਬਹੁਤ ਰੋਂਦੀ ਹੈ, ਬਹੁਤ ਵਿਰਲਾਪ ਕਰਦੀ, ਪਰ ਸੁਣਨ ਵਾਲਾ ਕੋਈ ਹੁੰਦਾ ਨਹੀਂ ਹੈ। ਉਹ ਤਾਂ ਆਤਮਾ ਪੈ ਗਈ ਭਾਈ ਨਰਕਾਂ ਦੇ ਵਿੱਚ। ਹੁਣ ਮਹਾਰਾਜ ਗਾਹਾਂ ਕੀ ਕਹਿੰਦੇ, 200 ਫੋਗ ਸੰਭਾਲੀਏ ਦਿਚੇ ਅੱਗ ਜਲਾਏ। ਕਹਿੰਦੇ ਹੁਣ ਜਿਹੜਾ ਸਰੀਰ ਹੈ ਤੇਰਾ, ਜਿਸ ਤਰ੍ਹਾਂ ਜ਼ਿਮੀਂਦਾਰ ਨੇ ਉਹ ਗੰਨੇ ਦੇ ਜਿਹੜੇ ਜੋ ਵੀ ਬਚਿਆ ਸੀ ਉਹਦਾ ਸਰੀਰ ਦੇ ਵਿੱਚੋਂ ਉਸ ਨੂੰ ਸੁਕਾਇਆ, ਪਰ ਇੱਥੇ ਵੀ ਕਹਿੰਦੇ ਫਿਰ ਉਸ ਨੂੰ ਜਾਲ ਦਿੱਤਾ, ਸੁਆਹ ਬਣਾਤੀ ਉਹਦੀ। ਇੱਥੇ ਵੀ ਕਹਿੰਦੇ ਨੇ ਜਿਸ ਵੇਲੇ ਤੇਰਾ ਸਰੀਰ ਮਿੱਟੀ ਦੀ ਢੇਰੀ ਬਣ ਗਿਆ, ਉਸ ਵੇਲੇ ਕੀ ਕੀਤਾ, ਇਸ ਨੂੰ ਨਲਾਇਆ, ਇਸ ਨੂੰ ਸੋਹਣੇ ਵਸਤਰ ਵੀ ਪਵਾਏ। ਵਸਤਰ ਪਵਾ ਕੇ ਫਿਰ ਇਸ ਨੂੰ 4 ਜੀਵਾਂ ਨੇ ਮੋਢੇ ਦੇ ਉੱਤੇ ਚੱਕ ਕੇ ਇਹ ਲੈ ਕੇ ਚਲ ਗਿਆ ਮਸਾਣਾ ਨੂੰ, ਸ਼ਮਸ਼ਾਨ ਘਾਟ ਨੂੰ। ਉੱਥੇ ਜਾ ਕੇ ਇਹ ਸਰੀਰ ਨੂੰ ਅੱਗ ਲਾ ਦਿੱਤੀ, ਇਹ ਵੀ ਅੱਗ ਲਾ ਕੇ ਇਸ ਨੂੰ ਵੀ ਸੜ ਕੇ ਸੁਆਹ ਕਰ ਦਿੱਤਾ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਦੇਖੋ ਲੋਕੋ, ਤੁਹਾਡਾ ਜਿਹੜੇ ਮਨਮੁਖ ਰਹੇ ਨੇ, ਤੁਹਾਡਾ ਇਹ ਹਾਲ ਹੋਣਾ ਕਿ ਤੁਹਾਨੂੰ ਕਿਸੇ ਨੇ ਯਾਦ ਨਹੀਂ ਕਰਨਾ, ਕਿਸੇ ਨੇ ਵੀ ਤੁਹਾਡੇ ਉੱਤੇ ਮਾਣ ਨਹੀਂ ਕਰਨਾ। ਇਸ ਕਰਕੇ ਨਾਨਕ ਮਿੱਠੇ ਪਿਤਰੀਏ ਵੇਖਾ ਲੋਕਾਂ ਆਏ। ਕਹਿੰਦੇ ਇਹ ਜਿਹੜਾ ਮਿੱਠਾ ਖਾਣ ਵਾਲਿਓ, ਹੁਣ ਕਹਿੰਦੇ ਨੇ ਜਿਹੜੇ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਜੀਵ ਨੇ, ਉਹਨਾਂ ਦਾ ਇਹੀ ਹਾਲ ਉੱਥੇ ਤੇ ਇਸ ਸੰਸਾਰ ਦੇ ਉੱਤੇ ਹੋਣਾ ਹੈ। ਪਵੜੀ ਇੱਕ ਨਾ ਮਰਨ ਨਾ ਚਿੱਤ ਆਸ ਕਨੇਰਿਆ। ਇੱਕ ਐਸੇ ਸੰਸਾਰ ਦੇ ਉੱਤੇ ਜੀਵ ਨੇ ਜਿਨ੍ਹਾਂ ਨੂੰ ਮਰਨਾ ਚਿੱਤ ਹੀ ਨਹੀਂ ਆਇਆ ਤੇ ਸਦਾ ਹੀ ਮਾਇਆ ਦੇਵੀਆਂ ਆਸਾਂ ਦੇ ਵਿੱਚ ਫਸੇ ਰਹਿੰਦੇ ਨੇ। ਮਰ ਮਰ ਜੰਮੈ ਨਿਤ ਕਿਸੇ ਨਾ ਘੇਰਿਆ। ਇਸ ਤਰ੍ਹਾਂ ਦੇ ਜਿਹੜੇ ਜੀਵ ਨੇ ਜਿਨ੍ਹਾਂ ਨੇ ਗੁਰੂ ਦੇ ਬਣੇ ਨੇ, ਪੀਰ ਨੂੰ ਧਾਰਨ ਨਹੀਂ ਕੀਤਾ, ਨਿਰੰਕਾਰ ਕਹਿੰਦੇ ਉਹ ਮਰਦੇ ਨੇ, ਮਰ ਮਰ ਕੇ ਇੱਥੇ ਦੁੱਖ ਪਾ ਪਾ ਕੇ ਵਾਪਸ ਜਾਂਦੇ ਨੇ। ਆਪਨੜੇ ਮਨ ਚਿੱਤ ਕਹਿਣ ਚੰਗੇਰਿਆ। ਪਰ ਸੰਸਾਰ ਦੇ ਉੱਤੇ ਇਸ ਤਰ੍ਹਾਂ ਦੇ ਜੀਵ ਜਿਹੜੇ ਮਨਮੁਖ ਨੇ, ਆਪਣੇ ਆਪ ਨੂੰ ਬੜੇ
ਉਤਸ਼ਾਹ ਦੇ ਨਾਲ ਆਪਣੇ ਆਪ ਨੂੰ ਬੜੀ ਸਲਾਹ ਆਪ ਹੀ ਆਪਣੀ ਸਲਾਹਣ ਸਿਫਤ ਕਰਨਗੇ ਤੇ ਆਪਣੇ ਆਪ ਨੂੰ ਬੜਾ ਚੰਗਾ ਖਵਾਉਂਦੇ ਹਨ। ਜਮ ਰਾਜੈ ਨਿਤ ਨਿਤ ਮਨ ਮੁਖ ਹੇਰਿਆ। ਜਿਹੜਾ ਜਮ ਰਾਜ ਹੈ ਉਹ ਦੇਖ ਰਿਹਾ ਭਾਈ ਇਹ ਨਿਤਾ ਪ੍ਰਤੀ ਜਾਂ ਹਰ ਜਨਮ ਜਿਹੜਾ ਤੂੰ ਧਾਰ ਕੇ ਤੂੰ ਸੰਸਾਰ ਦੇ ਉੱਤੇ ਆਇਆ ਉਹ ਜਮ ਰਾਜ ਉਸ ਨੂੰ ਇਥੋਂ ਲੈ ਕੇ ਜਾਂਦਾ। ਜਮ ਰਾਜ ਹਰ ਵੇਲੇ ਦੇਖ ਰਿਹਾ ਹੈ। ਮਨ ਮੁਖ ਲੂਣ ਹਰਾਮ ਕਿਆ ਨਾ ਜਾਣਿਆ। ਜਿਹੜੇ ਮਨਮੁਖ ਸੰਸਾਰ ਦੇ ਉੱਤੇ ਜੀਵ ਨੇ ਉਹਨਾਂ ਨੇ ਪਛਾਣਿਆ ਹੀ ਨਹੀਂ ਵੀ ਜਿਹੜੇ ਘਰ ਦੇ ਵਿੱਚ ਮਕਾਨ ਦੇ ਵਿੱਚ ਜਿਹੜਾ ਕੱਪੜਾ ਮੈਂ ਪਾ ਰਿਹਾ ਸਰੀਰ ਤੇ ਜਿਹੜਾ ਭੋਜਨ ਮੈਂ ਖਾ ਰਿਹਾ ਇਹ ਸਾਰਾ ਕਰਤਾ ਅਕਾਲ ਪੁਰਖ ਉਸ ਨੂੰ ਬਿਲਕੁਲ ਇੱਕ ਵਾਰ ਵੀ ਨਹੀਂ ਉਹਨੂੰ ਪਹਿਚਾਣਿਆ। ਇਹਨਾਂ ਨੂੰ ਮਨਮੁਖਾਂ ਨੂੰ ਲੂਣ ਹਰਾਮੀ ਕਿਹਾ ਗਿਆ ਹੈ। ਬੱਦੇ ਕਰਨ ਸਲਾਮ ਖਸਮ ਨਾ ਪਾਣਿਆ। ਫਿਰ ਕੀ ਹੁੰਦਾ ਵੀ ਇਹ ਕਈ ਵਾਰ ਇਸ ਤਰ੍ਹਾਂ ਜੀਵ ਹੁੰਦਾ ਵੀ ਜਿਹੜੇ ਦੁੱਖਾਂ ਦੇ ਵਿੱਚ ਬੱਧੇ ਹੁੰਦੇ ਨੇ ਔਰ ਜਾਂ ਜਿਹੜਾ ਰਾਜਾ ਹੈ ਉਹ ਆਪਣੀ ਪ੍ਰਜਾ ਨੂੰ ਬੜੀ ਸਜ਼ਾ ਦਿੰਦਾ ਪਰ ਉਹ ਬੱਧੇ ਹੁੰਦੇ ਨੇ ਉਹ ਗੁਲਾਮ ਹੁੰਦੇ ਨੇ ਬੜੀਆਂ ਨਮਸਕਾਰਾਂ ਕਰਦੇ ਨੇ ਪਰ ਉਹ ਖਸਮ ਨੂੰ ਨਹੀਂ ਪਾਉਂਦੇ। ਜਾਂ ਇੱਥੇ ਆਪਾਂ ਇਹ ਕਹਿ ਲਈਏ ਮਨਮੁਖ ਜੀਵ ਇਹ ਨੇ ਗੁਰੂ ਘਰ ਦੇ ਵਿੱਚ ਜਾਂਦੇ ਨੇ ਮੰਦਰ ਮਸੀਤਾਂ ਦੇ ਵਿੱਚ ਜਾਂਦੇ ਨੇ ਬੜੇ ਜਾ ਕੇ ਨੱਕ ਰਗੜਦੇ ਨੇ ਪਰ ਜਿਹੜਾ ਉੱਥੇ ਗਿਆਨ ਹੁੰਦਾ ਉਸ ਨੂੰ ਹਾਸਲ ਨਹੀਂ ਕਰਦੇ ਹੈਗੇ। ਪਰ ਇਹਨਾਂ ਦਾ ਜਾ ਕੇ ਇਹ ਉੱਥੇ ਆਪਣਾ ਸਮਾਂ ਜਿਹੜਾ ਹੈ ਨਿੰਦਿਆ ਚੁਗਲੀ ਦੇ ਵਿੱਚ ਜਾਂ ਹੋਰ ਖਿਆਲਾਂ ਦੇ ਵਿੱਚ ਖਤਮ ਕਰ ਦਿੰਦੇ ਨੇ। ਇਹ ਮਨ ਨੂੰ ਪ੍ਰਮਾਤਮਾ ਦੇ ਨਾਲ ਜੋੜਨੇ ਨਹੀਂ ਪਰ ਉੱਥੇ ਉਹਨਾਂ ਦਾ ਗਿਆ ਹੋਇਆ ਨਿਰੰਕਾਰ ਨੂੰ ਨਹੀਂ ਪਾਉਂਦਾ। ਸੱਚ ਮਿਲੈ ਸੁਖ ਨਾਮ ਸਾਹਿਬ ਭਾਵਸੀ। ਜਿਨ੍ਹਾਂ ਨੇ ਸੱਚੇ ਪ੍ਰਮਾਤਮਾ ਦੇ ਨਾਲ ਵਾਹਿਗੁਰੂ ਦੇ ਨਾਮ ਦੇ ਨਾਲ ਆਪਣਾ ਮਨ ਚਿੱਤ ਲਾ ਲਿਆ ਉਹਨਾਂ ਨੇ ਆਪਣਾ ਜੀਵਨ ਸਫਲ ਕਰਨਾ ਸ਼ੁਰੂ ਕਰ ਦਿੱਤਾ। ਸੰਸਾਰ ਤਾਂ ਉਹੀ ਪ੍ਰਮਾਤਮਾ ਨੂੰ ਚੰਗੇ ਲੱਗਦੇ ਹਨ। ਕਰਸਨ ਤਖਤ ਸਲਾਮ ਲਿਖਿਆ ਪਾਵਸੀ। ਇਸ ਤਰ੍ਹਾਂ ਦੇ ਜਿਹੜੇ ਜੀਵ ਨੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਆਪਣੇ ਜੀਵਨ ਨੂੰ ਇੱਥੋਂ ਜੀਵਨ ਦੀ ਬਾਜੀ ਨੂੰ ਜਿੱਤਿਆ ਉਹਨਾਂ ਨੇ ਕਰਮਾਂ ਅਨੁਸਾਰ ਆਪਣੇ ਸਾਰੇ ਸ਼ੁਭ ਕਰਮ ਕੀਤੇ ਤੇ ਇਹ ਸਾਰਿਆਂ ਨੂੰ ਇਦੋਂ ਸੰਸਾਰ ਦੇ ਉੱਤੇ ਵੀ ਵਡਿਆਈਆਂ ਮਿਲਦੀਆਂ ਨੇ ਤੇ ਨਿਰੰਕਾਰ ਦੇ ਦਰ ਦੇ ਉੱਤੇ ਵੀ ਵਡਿਆਈਆਂ ਮਿਲਦੀਆਂ ਹਨ। ਮਹਿਲਾ ਪਹਿਲਾ ਸ਼ਲੋਕ। ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ। ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਨਗਰ ਦੇ ਵਿੱਚ ਗਏ। ਇੱਥੇ ਇੱਕ ਪਖੰਡੀ ਰਹਿ ਰਿਹਾ ਸੀ ਜਿਹੜਾ ਕਿ ਜਿਹੜੇ ਪਿੰਡ ਵਾਲੇ ਸਨ ਉਹਨਾਂ ਨੂੰ ਬੜਾ ਭਰਮਾਂ ਦੇ ਵਿੱਚ ਵਸਾ ਕੇ ਰੱਖਦਾ ਹੁੰਦਾ ਸੀ ਵੀ ਜਿਹੜਾ ਮੀਂਹ ਵੀ ਹੈ ਇਹ ਵੀ ਮੇਰੇ ਹੱਥ ਦੇ ਵਿੱਚ ਹੈ ਹੋਰ ਸਭ ਕੁਝ ਤੁਸੀਂ ਮੇਰੀ ਰੱਜ ਕੇ ਸੇਵਾ ਕਰੋ ਮੈਂ ਮੀਂਹ ਪਵਾ ਦੇਵਾਂਗਾ। ਇਹ ਇਸੇ ਤਰ੍ਹਾਂ ਚੱਲਦਾ ਰਿਹਾ ਪਰ ਇਹ ਮੀਂਹ ਨਾ ਪਾ ਸਕਿਆ। ਜਦੋਂ ਮੀਂਹ ਨਾ ਪਾ ਸਕਿਆ ਜਿਹੜੇ ਉੱਥੇ ਦੇ ਜੀਵ ਸਨ ਏਦੂ ਪਿੰਡ ਦੇ ਜੋ ਵੀ ਉਹਨਾਂ ਦੀ ਖੇਤੀ ਸੀ ਭਾਈ ਉਹ ਹਰੀ ਭਰੀ ਨਹੀਂ ਹੋ ਸਕਦੀ। ਨਿਰੰਕਾਰ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਭਰਮ ਦੂਰ ਕਰਨ ਵਾਸਤੇ ਤੇ ਆਹ ਜਿਹੜਾ ਉੱਥੇ ਪਖੰਡੀ ਬੈਠਾ ਸੀ ਉਸ ਨੂੰ ਨੰਗਾ ਕਰਨ ਵਾਸਤੇ ਸਾਰਿਆਂ ਦੇ ਮੂਹਰੇ ਦੱਸਣ ਨੂੰ ਵੀ ਭਾਈ ਇਹ ਤਾਂ ਬਿਲਕੁਲ ਇਹਦੇ ਪੱਲੇ ਕੁੱਖ ਵੀ ਨਹੀਂ ਆ। ਨਿਰੰਕਾਰ ਦੇ ਨਾਲ ਜੋੜਨ ਵਾਸਤੇ ਸਤਿਗੁਰੂ ਉੱਥੇ ਗਏ। ਇੱਕ ਖੇਤ ਦੇ ਬਾਹਰ ਬੈਠੇ ਸਨ ਉਹ ਜਿਹੜਾ ਕਿਸਾਨ ਜਾਂ ਖੇਤ ਦਾ ਮਾਲਕ ਜ਼ਿਮੀਂਦਾਰ ਸੀ ਉਹ ਸਤਿਗੁਰੂ ਨੂੰ ਦੇਖ ਕੇ ਆਖਣ ਲੱਗਾ ਇਹ ਕੋਈ ਇਲਾਹੀ ਨੂਰ ਹੈ। ਨਮਸਕਾਰ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਆਖਣ ਲੱਗਾ ਵੀ ਤੁਹਾਡਾ ਚਿਹਰਾ ਜਿਹੜਾ ਹੈ ਬੜਾ ਇਲਾਹੀ ਹੈ ਦੇਖਿਆ ਨਹੀਂ ਜਾ ਸਕਦਾ ਬੜਾ ਨੂਰ ਹੈ। ਤੁਸੀਂ ਇਸ ਤਰ੍ਹਾਂ ਲੱਗਦੇ ਹੋ ਕਿ ਤੁਸੀਂ ਸੱਚਮੁੱਚ ਹੀ ਪਰਮਾਤਮਾ ਨਿਰੰਕਾਰ ਅਕਾਲ ਪੁਰਖ ਬਣ ਕੇ ਦੂਸਰੇ ਸੰਸਾਰ ਦੇ ਉੱਤੇ ਆਏ ਹੋ। ਪਰ ਸਤਿਗੁਰ ਜੀ ਕਿਰਪਾ ਕਰੋ ਸਾਡੇ ਉੱਤੇ। ਆਖਣ ਲੱਗੇ ਫਕੀਰ ਜੀ ਕਿਰਪਾ ਕਰੋ ਸਾਡੇ ਪਿੰਡ ਦੇ ਵਿੱਚ ਮੀਂਹ ਨਹੀਂ ਪੈ ਰਿਹਾ ਹੈਗਾ ਸਾਡੀ ਖੇਤੀ ਹਰੀ ਭਰੀ ਨਹੀਂ ਹੁੰਦੀ ਪਰ ਤੁਸੀਂ ਏਦਾਂ ਕਰੋ ਮੀਂਹ ਪਵਾ ਦਿਓ। ਨਿਰੰਕਾਰ ਕਹਿੰਦੇ ਸਾਡੇ ਹੱਥ ਦੇ ਵਿੱਚ ਨਹੀਂ ਭਾਈ ਆਪ ਸਭ ਕੁਝ ਚੀਜ਼ ਦੇ ਮਾਲਕ ਕਿੰਨੀ ਮਿਹਰ ਨਿਮਰਤਾ ਉਹਨਾਂ ਦੇ ਕਿੰਨਾ ਸਾਨੂੰ ਉਹ ਗਿਆਨ ਦਿੰਦੇ ਨੇ। ਕਹਿੰਦੇ ਸਾਡੇ ਹੱਥ ਦੇ ਵਿੱਚ ਕੋਈ ਨਹੀਂ ਇਹ ਤਾਂ ਵਾਹਿਗੁਰੂ ਨਿਰੰਕਾਰ ਦੇ ਹੱਥ ਦੇ ਵਿੱਚ ਪ੍ਰਮਾਤਮਾ ਦੇ ਹੱਥ ਦੇ ਵਿੱਚ ਆ। ਤੇ ਉਹ ਆਖਣ ਲੱਗਾ ਮਾਰੇ ਵੀ ਸਾਡੇ ਇੱਥੇ ਤਾਂ ਇੱਕ ਪਖੰਡੀ ਰਹਿੰਦਾ ਉਹ ਤੋਂ ਇਲਾਵਾ ਅਸੀਂ ਨਾ ਰੱਬ ਨੂੰ ਜਾਣਦੇ ਨਾ ਪ੍ਰਮਾਤਮਾ ਨੂੰ ਜਾਣਦੇ ਨਾ ਨਿਰੰਕਾਰ ਨੂੰ ਜਾਣਦੇ ਆ। ਤੇ ਸਤਿਗੁਰ ਕਹਿੰਦੇ ਵੀ ਉਹ ਸਤਿਗੁਰ ਨੂੰ ਕਹਿੰਦਾ ਵੀ ਮਹਾਰਾਜ ਉਹ ਦਰਸ਼ਨ ਕਿੱਦਾਂ ਹੋਣਗੇ। ਕਹਿੰਦੇ ਵੀ ਜਿੰਨੀ ਵੀ ਆ ਕੁਦਰਤ ਹੈ ਜੋ ਵੀ ਤੁਸੀਂ ਦੇਖਦੇ ਹੋ ਜਿੰਨੇ ਵੀ ਜੀਵ ਜੰਤੂ ਨੇ ਸਾਰਿਆਂ ਦੇ ਵਿੱਚ ਉਹ ਵਸਿਆ ਹੋਇਆ ਇਹਨਾਂ ਸਾਰਿਆਂ ਦੇ ਵਿੱਚ ਦੇਖੋ। ਤੇ ਆਖਣ ਲੱਗਾ ਵੀ ਮਹਾਰਾਜ ਠੀਕ ਹੈ ਤੇ ਕਹਿੰਦੇ ਵੀ ਸਾਨੂੰ ਇਹ ਪ੍ਰਤੱਖ ਰੂਪ ਦੇ ਵਿੱਚ ਦਿਖਾਓ। ਸਤਿਗੁਰ ਆਖਣ ਲੱਗੇ ਵੀ ਉਹ ਤੇਰਾ ਖੇਤ ਹੈ। ਕਹਿੰਦੇ ਹਾਂ। ਕਹਿੰਦੇ ਜਾ ਉੱਥੇ ਜਿਹੜੀ ਕਣਕ ਬੀਜੀ ਹੋਈ ਹੈ ਜਾਂ ਉੱਥੇ ਜੋ ਵੀ ਤੂੰ ਬੀਜਿਆ ਹੈ ਉਸ ਦੇ ਥੋੜੇ ਜਿਹੇ ਜਿਹੜੇ ਬੂਟੇ ਨੇ ਉਹਨਾਂ ਨੂੰ ਪੱਟ ਲਾ ਤੇ ਮੈਨੂੰ ਆਣ ਕੇ ਦੱਸੀ ਵੀ ਉੱਥੇ ਕੀ ਦੇਖਿਆ। ਆਣ ਕੇ ਉਹ ਉਸੇ ਤਰ੍ਹਾਂ ਮਾਲਕ ਦਾ ਹੁਕਮ ਪਾ ਕੇ ਉੱਤੇ ਗਿਆ।
ਜਾ ਕੇ ਉਸਨੇ ਜਦੋਂ ਬੂਟੇ ਪੱਟੇ ਪਾਈ ਤਾਂ ਕੀ ਦੇਖਦਾ, ਉੱਤੇ ਧਰਤੀ ਹੈ ਤੇ ਧਰਤੀ ਦੇ ਥੱਲੇ ਬੂਟਿਆਂ ਦੇ ਥੱਲੇ ਅੱਗ ਮਚਣ ਡਈ ਆ। ਉਹ ਕਹਿੰਦੇ ਵੀ ਇਹ ਅੱਗ ਵੀ ਉਹਦੀ ਹੀ ਕੁਦਰਤ ਆ, ਇਹ ਵੀ ਉਹਦਾ ਹੀ ਖੇਡ ਹੈ ਸਾਰਾ। ਤੇ ਉਹ ਆਖਣ ਲੱਗਾ ਵੀ ਤੁਸੀਂ ਭਾਈ ਇੱਥੇ ਪ੍ਰਮਾਤਮਾ ਨਾਲ ਜੁੜੋ, ਇਹ ਜਿਹੜੇ ਤੁਹਾਨੂੰ ਭਰਮ ਭੁਲੇਖਿਆਂ ਦੇ ਵਿੱਚ ਪਾਉਣ ਵਾਲੇ ਨੇ ਇਹਨਾਂ ਦਾ ਖਹਿੜਾ ਛੱਡ ਦੇਵੋ। ਹੁਣ ਇਸ ਜਿਹੜਾ ਇੱਥੇ ਪਖੰਡੀ ਬੈਠਾ ਸੀ ਉਸ ਨੂੰ ਪਤਾ ਲੱਗਾ ਵੀ ਕੋਈ ਉੱਚ ਦਾ ਪੀਰ ਇੱਥੇ ਆਇਆ ਹੋਇਆ ਹੈ। ਹੁਣ ਉਸ ਨੂੰ ਬੜਾ ਦੁੱਖ ਹੋਇਆ, ਬੜਾ ਅੰਦਰੋਂ ਜਲ ਪੁੱਜ ਗਿਆ ਵੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਜਾ ਕੇ ਇਸ ਪ੍ਰਮਾਤਮਾ ਦੇ ਜਿਹੜਾ ਆਪਣੇ ਆਪ ਨੂੰ ਉੱਚਾ ਫਕੀਰ ਕਹਾਉਂਦਾ ਹੈ ਵੀ ਇਹਦੇ ਨਾਲ ਮੈਂ ਚਰਚਾ ਕਰਾਂ। ਗਿਆਨ ਮੇਰੇ ਕੋਲ ਬਹੁਤ ਹੈ, ਮੈਂ ਇਹ ਗਿਆਨ ਦੇ ਵਿੱਚ ਆਪਣੇ ਦੇ ਵਿੱਚ ਜਿੱਤ ਕੇ ਉਸ ਨੂੰ ਝੂਠਾ ਸਾਬਤ ਕਰਾਂ ਜਿੱਥੇ ਕਿ ਮੇਰੀ ਜਿਹੜੀ ਇੱਜ਼ਤ ਮਾਣ ਹੈ ਉਹ ਹੋਰ ਹੋਣੀ ਸ਼ੁਰੂ। ਉਹ ਆਇਆ, ਸਾਰਾ ਪਿੰਡ ਦੇਖਣ ਡਿਆ ਆ, ਬੜੀ ਚਰਚਾ ਹੋਈ, ਪਰ ਨਿਰੰਕਾਰ ਨੂੰ ਕੌਣ ਹਰਾਉਣ ਵਾਲਾ। ਸੋ ਜਿਸ ਵੇਲੇ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਹਰਾਉਣਾ ਸੀਗਾ ਤੇ ਉਹ ਸਾਰੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਉੱਤੇ ਉਹਨਾਂ ਨੇ ਵੀ ਸਵਾਲ ਕੀਤੇ ਜਿਹੜੇ ਉੱਥੇ ਦੇ ਪਿੰਡ ਦੇ ਰਹਿੰਦੇ ਸਨ, ਜਿਨ੍ਹਾਂ ਦੇ ਅੰਦਰ ਇਸ ਪਖੰਡੀ ਦਾ ਬਹੁਤ ਪ੍ਰੇਮ ਸੀ, ਜਿਨ੍ਹਾਂ ਨੂੰ ਉਹ ਪਖੰਡੀ ਨੂੰ ਮੰਨਦੇ ਸਨ। ਤੇ ਪਰ ਕੋਈ ਵੀ ਸਵਾਲ ਦਾ ਜਵਾਬ ਐਸਾ ਨਹੀਂ ਸੀ ਜਿਹੜਾ ਨਿਰੰਕਾਰ ਨਾ ਦੇ ਸਕੇ। ਤੇ ਜਿਸ ਵੇਲੇ ਸਭ ਕੁਝ ਹੋ ਗਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਵੀ ਉਹ ਮਰੀਦ ਬਣ ਗਿਆ ਤੇ ਸਤਿਗੁਰਾਂ ਨੇ ਕਿਹਾ ਭਾਈ ਇੱਥੇ ਪਹਿਲਾਂ ਧਰਮਸ਼ਾਲਾ ਖੋਲੋ, ਇਹ ਤੂੰ ਧਰਮਸ਼ਾਲਾ ਦੇ ਵਿੱਚ ਆਏ ਗਏ ਦੀ ਸੇਵਾ ਕਰੋ, ਉਸ ਨਿਰੰਕਾਰ ਪ੍ਰਮਾਤਮਾ ਦਾ ਨਾਮ ਜਪੋ, ਉਹ ਇੱਕ ਨਾਲ ਜੁੜ ਜਾਵੋ, ਇਸ ਤਰ੍ਹਾਂ ਦੇ ਜਿਹੜੇ ਪਖੰਡੀ ਨੇ ਉਹਨਾਂ ਦਾ ਖਹਿੜਾ ਛੱਡ ਦੇਵੋ। ਤੇ ਜਦੋਂ ਸਭ ਕੁਝ ਹੋਇਆ ਤਾਂ ਉਹਨਾਂ ਨੇ ਹੱਥ ਜੋੜ ਕੇ ਵਿੱਚੇ ਮਰਦਾਨਾ ਜੀ ਨੇ ਹੱਥ ਜੋੜੇ, ਆਖਣ ਲੱਗੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਬੜੇ ਸਵਾਲ ਕੀਤੇ। ਉਹ ਵੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤੁਹਾਨੂੰ ਪਹਿਚਾਣ ਨਹੀਂ ਸਕੇ, ਬੜੇ ਸਵਾਲ ਕੀਤੇ, ਪਰ ਤੁਸੀਂ ਸਾਰੇ ਸਵਾਲਾਂ ਦਾ ਜਵਾਬ ਬਹੁਤ ਸੁਚੱਜੇ ਰੂਪ ਦੇ ਵਿੱਚ ਦਿੱਤਾ। ਹੁਣ ਉਹ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਣੀ ਹੁਣ ਇਹ ਪਰਿਵਾਰ ਨੂੰ, ਇਸ ਸੰਸਾਰ ਨੂੰ, ਇਸ ਪਿੰਡ ਨੂੰ, ਇੱਥੇ ਦੇ ਵਸਨੀਕਾਂ ਨੂੰ ਆਪਣੀ ਨਿਮਰਤਾ ਦਿਖਾਉਣ ਲੱਗੇ ਨੇ। ਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਉੱਥੇ ਉਚਾਰਨ ਕੀਤਾ, ਕਿਰਪਾ ਕਰੋ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ। ਆਖਣ ਲੱਗੇ ਮੱਛੀ ਜਿਹੜੀ ਹੈ ਸਦਾ ਸਮੁੰਦਰ ਦੇ ਵਿੱਚ ਰਹਿੰਦੀ ਹੈ, ਉਹ ਡੂੰਘੇ ਸਮੁੰਦਰ ਦੀ ਕੀ ਤਹਿ ਦਾ ਗਿਆਨ ਦੇ ਸਕਦੀ ਹੈ। ਜਿਹੜਾ ਪੰਖੀ ਹੈ, ਜਿਹੜਾ ਪੰਛੀ ਹੈ ਖੰਭਾਂ ਵਾਲਾ, ਇਹ ਅਸਮਾਨ ਦੇ ਵਿੱਚ ਬਹੁਤ ਉੱਚਾ ਚਲੇ ਜਾਂਦਾ, ਪਰ ਕੀ ਇਹ ਅਸਮਾਨ ਕਿੱਡਾ ਲੰਬਾ ਕਿੰਨਾ ਚੌੜਾ ਇਹਦਾ ਗਿਆਨ ਦੇ ਸਕਦਾ ਹੈ। ਉਹ ਜਿਸ ਲਈ ਇਹ ਗੱਲ ਉਹਨਾਂ ਨੇ ਆਖੀ ਵੀ ਮੱਛੀ ਸਮੁੰਦਰ ਦਾ ਗਿਆਨ ਨਹੀਂ ਦੇ ਸਕਦੇ, ਪੰਖੀ ਆਕਾਸ਼ ਦਾ ਗਿਆਨ ਨਹੀਂ ਦੇ ਸਕਦਾ। ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਕਰਵਾਸ। ਨਿਰੰਕਾਰ ਕਹਿੰਦੇ ਨੇ ਜਿਹੜੇ ਪੱਥਰ ਹਨ, ਜਿਹੜੇ ਪੱਥਰਾਂ ਨੂੰ ਭਾਵੇਂ ਤੁਸੀਂ ਹਿਮਾਲਿਆ ਪਰਬਤ ਦੇ ਉੱਤੇ ਰੱਖ ਦਿਓ ਠੰਡ ਦੇ ਵਿੱਚ, ਉਹਨੂੰ ਜਿਹੜਾ ਪਾਲਾ ਉੱਤੇ ਦੀ ਠੰਡੀ ਹਵਾ ਜਾਂ ਬਰਫ਼ ਹੈ ਕੁਝ ਨਹੀਂ ਕਰ ਸਕਦੀ। ਤਾਂ ਕਹਿੰਦੇ ਜਿਹੜੇ ਖੁਸਰੇ ਨੇ ਉਸ ਦੇ ਭਾਵੇਂ ਵਿਆਹ ਕਰ ਦੇਵੋ ਪਰ ਉਹ ਔਲਾਦ ਨਹੀਂ ਪੈਦਾ ਕਰ ਸਕਦਾ। ਖੁਸਰੇ ਜਿਹੜੇ ਖੁਸਰੇ ਹੁੰਦੇ ਨੇ ਇਹਨਾਂ ਨੂੰ ਅਸੀਂ ਕਿੰਨਰ ਵੀ ਆਖ ਦਿੰਦੇ ਹਾਂ, ਹੋਰ ਵੀ ਬੜੇ ਬੜੇ ਵੱਖਰੇ ਨਾਮ ਇਹਨਾਂ ਦੇ ਬਣੇ ਹੋਏ ਨੇ। ਇਸ ਕਰਕੇ ਕਹਿੰਦੇ ਵੀ ਇਹ ਧੀ ਪੁੱਤਰ ਨਹੀਂ ਪੈਦਾ ਕਰ ਸਕਦੇ। ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਧਾਤ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਕੁੱਤੇ ਨੇ ਉਸ ਨੂੰ ਜਿੰਨਾ ਮਰਜ਼ੀ ਚੰਦਨ ਲਾ ਦਿਓ ਫਿਰ ਵੀ ਅੰਤ ਇਹ ਕੁੱਤੀ ਦੇ ਮਗਰ ਹੀ ਭੱਜੇਗਾ। ਬੋਲਾਂ ਜੇ ਸਮਝਾਈਐ ਪੜੀਐ ਸਿਮਰਤ ਪਾਠ। ਜਿਹੜੇ ਬੋਲੇ ਬੰਦੇ ਨੇ ਕਹਿੰਦੇ ਉਹਨਾਂ ਨੂੰ ਮੋਰੇ ਜਿੰਨਾ ਮਰਜ਼ੀ ਸਿਮਰਤੀਆਂ ਵੇਦਾਂ ਦਾ ਪਾਠ ਕਰੀ ਜਾਓ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਮਝ ਨਹੀਂ ਆਉਣੀ। ਅੰਧਾ ਚਾਨਣ ਰੱਖੀਐ ਦੀਵੇ ਭਲੇ 50। ਜਿਹੜਾ ਅੰਨਾ ਹੈ ਅੱਖਾਂ ਤੋਂ ਉਹਦੇ ਮੋਰੇ ਭਾਵੇਂ 50 ਦੀਵੇ ਬਾਲ ਕੇ ਰੱਖ ਦੇਵੋ, ਉਸ ਨੂੰ ਕਿਸੇ ਤਰ੍ਹਾਂ ਦਾ ਚਾਨਣਾ ਨਹੀਂ ਹੋਣਾ। ਚੌੜੇ ਸੁਨਾ ਸੋਏ ਨਾ ਪਾਈਐ ਚੁਣ ਚੁਣ ਖਾਵੇ ਕਾਸ। ਚੌਣਾ ਕਹਿੰਦੇ ਨੇ ਜਿੱਥੇ ਇਹ ਬਹੁਤ ਗਾਈਆਂ ਜਾਂ ਮੱਝਾਂ ਦਾ ਜਾਂ ਪਸ਼ੂਆਂ ਦਾ ਇਕੱਠ ਹੋਵੇ, ਆਪਾਂ ਇਹਨੂੰ ਕਹਿੰਦੇ ਵੀ ਜਾ ਕਹਾਵਤ ਹੈ ਪੰਜਾਬੀ ਦਾ ਲਫ਼ਜ਼ ਹੈ ਵੀ ਜਾ ਚੌਣੇ ਨੂੰ ਲੈ ਜਾ ਬਾਹਰ ਪਾ, ਇਹਨਾਂ ਨੂੰ ਭਾਈ ਜਾ ਕੇ ਖੋਲ ਰੱਸੇ ਨਾਲ ਦੇ ਤੇ ਇਹਨਾਂ ਨੂੰ ਘਾਹ ਘੂ ਖਿਲਾ ਕੇ ਲੱਗਿਆ। ਇੱਥੇ ਉਹ ਵੱਗ ਨੂੰ ਕਿਹਾ, ਜਿਹੜਾ ਵੱਗ ਹੁੰਦਾ ਉਸ ਵੱਗ ਨੂੰ ਚੌਣਾ ਆਖਿਆ। ਕਹਿੰਦੇ ਵੀ ਜਿਹੜੇ ਇਹ ਵੱਗ ਵਾਲੇ ਨੇ ਇਹ ਪਸ਼ੂ ਜਾਨਵਰ ਨੇ, ਇਹਨਾਂ ਦੇ ਮੋਹਰੇ ਜਿੰਨਾ ਮਰਜ਼ੀ ਘਾਸ ਦੇ ਵਿੱਚ
ਸੋਨੇ ਨੂੰ ਕੁੱਟ-ਕੁੱਟ ਕੇ ਪਾ ਦਿਓ, ਅੰਤ ਦੇ ਉੱਤੇ ਇਹ ਸੋਨੇ ਨੂੰ ਮੂੰਹ ਨਹੀਂ ਮਾਰਨਗੇ, ਉਹਦੇ ਵਿੱਚੋਂ ਘਾਹ ਹੀ ਖਾਣਗੇ। ਲੋਹਾ ਮਾਰਨ ਪਾਈਐ ਟਹੇ ਨਾ ਹੋਏ ਕਪਾਸ। ਕਹਿੰਦੇ ਲੋਹੇ ਨੂੰ ਜਿੰਨਾ ਮਰਜੀ ਗਰਮ ਕਰਕੇ ਕੁੱਟ ਲਓ, ਜਿੰਨੇ ਮਰਜੀ ਇਹਦੇ ਸਿਰ ਤੇ ਥੋੜੇ ਮਾਰ ਦਿਓ, ਇਹ ਕਦੀ ਵੀ ਨਰਮ ਕਪਾਹ ਵਰਗਾ ਨਹੀਂ ਬਣ ਸਕਦਾ। ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਕਹਿੰਦੇ ਜਿਹੜੇ ਇੱਥੇ ਮਨਮੁਖ ਨੇ, ਮੂਰਖ ਨੇ, ਜਿਹਨਾਂ ਦੇ ਮਤ ਬਹੁਤ ਥੋੜੀ ਹੈ, ਜਿਨ੍ਹਾਂ ਦਾ ਜੀਵਨ ਇੱਥੇ ਵਿਅਰਥ ਹੈ, ਜਦੋਂ ਉਹ ਬੋਲਣਗੇ ਉਹ ਵਚਨ ਬੋਲਣਗੇ ਜਿਹਦੇ ਨਾਲ ਦੂਸਰਿਆਂ ਨੂੰ ਦੁੱਖ ਹੋ। ਇੱਕ ਵਾਰੀ ਹੁਣ ਇਹਦੇ ਜਿਹੜੇ ਅਰਥ ਆਪਾਂ ਇਸ ਤਰ੍ਹਾਂ ਕਰ ਲਈਏ। ਨਿਰੰਕਾਰ ਇਹ ਜੀਵਨ ਦੇ ਵਿੱਚ ਸਾਨੂੰ ਕੀ ਸਮਝਾਉਂਦੇ ਨੇ? ਦੁਬਾਰਾ ਸ਼ੁਰੂ ਕਰੋ। ਮੱਛੀ ਤਾਰੂ ਕਿਆ ਕਰੇ? ਮੱਛੀ ਤਾਰੂ ਕਿਆ ਕਰੈ ਪੰਖੀ ਕਿਆ ਆਕਾਸ਼। ਕਹਿੰਦੇ ਇਸੇ ਤਰ੍ਹਾਂ ਜਿਹੜਾ ਪੰਛੀ ਹੈ ਉਹ ਆਕਾਸ਼ ਦਾ ਜਿਹੜਾ ਬਲ ਨਹੀਂ ਪਾ ਸਕਦਾ। ਕਹਿੰਦੇ ਇਸੇ ਤਰ੍ਹਾਂ ਦੇ ਇਹ ਪਿੰਡ ਦੇ ਵਿੱਚ ਜੀਵ ਹਨ ਜਿਨ੍ਹਾਂ ਨੂੰ ਜਿੰਨਾ ਮਰਜ਼ੀ ਅਸੀਂ ਗਿਆਨ ਦੇ ਦਈਏ, ਇਹ ਗਿਆਨ ਤੋਂ ਹੀਣ ਹੀ ਰਹਿੰਦੇ, ਇਹਨਾਂ ਨੂੰ ਗਿਆਨ ਪ੍ਰਾਪਤ ਨਹੀਂ ਹੁੰਦਾ। ਕਈ ਐਸੇ ਜੀਵ ਵੀ ਸੰਸਾਰ ਦੇ ਉੱਤੇ ਨੇ। ਇਸੇ ਤਰ੍ਹਾਂ ਕਹਿੰਦੇ ਜਿਹੜੇ ਪੰਛੀ ਹੁੰਦੇ ਨੇ, ਉਹਨਾਂ ਨੂੰ ਜਿੰਨਾ ਮਰਜ਼ੀ ਤੁਸੀਂ ਸਮਝਾ ਦਿਓ ਵੀ ਅਕਾਲ ਪੁਰਖ ਬਾਰੇ, ਪਰ ਉਹ ਸਮਝਣ ਤੋਂ ਬਾਅਦ ਜੇ ਉਹਦਾ ਆਦ ਅੰਤ ਲੈਣ ਦੀ ਕੋਸ਼ਿਸ਼ ਕਰਨ, ਨਹੀਂ ਮਿਲ ਸਕਦਾ। ਜਿੱਦਾਂ ਮੱਛੀ ਨੂੰ ਨਹੀਂ ਮਿਲ ਸਕਦਾ, ਇਸੇ ਤਰ੍ਹਾਂ ਜੀਵ ਨੂੰ, ਪੰਛੀ ਨੂੰ, ਪੰਛੀ ਨੂੰ ਵੀ ਆਕਾਸ਼ ਦਾ ਤੇ ਉਹ ਅਕਾਲ ਪੁਰਖ ਦਾ ਨਹੀਂ ਮਿਲ ਸਕਦਾ। ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰ ਵਾਸ। ਜਿਹੜੇ ਪੱਥਰ ਦਿਲ ਵਾਲੇ ਨੇ, ਜਿਹੜੇ ਇੰਨੇ ਕਠੋਰ ਹੋ ਚੁੱਕੇ ਨੇ, ਉਹਨਾਂ ਨੂੰ ਜਿੰਨਾ ਮਰਜ਼ੀ ਉਹਨਾਂ ਦੇ ਕੋਲ ਗਿਆਨ ਦੀਆਂ ਗੱਲਾਂ ਕਰ ਲਓ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਜਿਸ ਤਰ੍ਹਾਂ ਦੇ ਇੱਥੇ ਭੈੜੀ ਮੱਤ ਵਾਲੇ ਸਨ, ਉਸੇ ਤਰ੍ਹਾਂ ਦੇ ਭੈੜੀ ਮੱਤ ਵਾਲੇ ਰਹਿੰਦੇ ਨੇ। ਉਹਨਾਂ ਨੂੰ ਕੋਈ ਵੀ ਉਪਦੇਸ਼ ਦਾ ਅਸਰ ਨਹੀਂ ਹੁੰਦਾ, ਨਿਰੰਕਾਰ ਦੀ ਬਾਣੀ ਦਾ ਅਸਰ ਨਹੀਂ ਹੁੰਦਾ। ਹੁਣ ਆਪਾਂ ਇੱਥੇ ਇਹ ਵੀ ਕਹਿ ਸਕਦੇ, ਹੁਣ ਦੇਖੋ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਇਸ ਸੰਸਾਰ ਦੇ ਉੱਤੇ। ਚਲੋ ਆਪਾਂ ਆਪਣੇ ਆਪ ਨੂੰ ਅੰਮ੍ਰਿਤਧਾਰੀ ਵੀ ਖਾਣੇ ਆ, ਆਪਾਂ ਕਹਿੰਦੇ ਵੀ ਅਸੀਂ ਗੁਰੂ ਦੇ ਬਹੁਤ ਲਾਗੇ ਆ, ਪਰ ਕਦੀ ਸੋਚ ਕੇ ਦੇਖਿਆ ਬਾਣੀਆਂ ਕਿੰਨੀਆਂ ਹਿਰਦੇ ਦੇ ਵਿੱਚ ਵਸ ਗਈਆਂ ਨੇ। ਇਹ ਜਿਹੜੇ ਸੱਚ ਦਾ ਗਿਆਨ ਦੇਣ ਵਾਲਾ, ਕਿ 5 ਬਾਣੀਆਂ ਟਕਾ ਦੇ ਨਾਲ ਅਸੀਂ ਨਿਤਨੇਮ ਦੇ ਵਿੱਚ ਬਗੈਰ ਗੁਟਕੇ ਤੋਂ ਜਾਂ ਬਗੈਰ ਕਿਸੇ ਹੋਰ ਸਾਧਨ ਤੋਂ ਪੜ੍ਹ ਲੈਂਦੇ ਹਾਂ। ਕਿ ਆਸਾ ਦੀ ਵਾਰ, ਸੁਖਮਨੀ ਸਾਹਿਬ ਜਾਂ ਹੋਰ ਬਾਣੀਆਂ ਸਾਡੀਆਂ ਦੱਸਣਾ ਤੇ ਬਹਿ ਗਈਆਂ। ਭਾਈ ਬਹੁਤ ਬਿਰਲੇ ਆ ਜਿਨ੍ਹਾਂ ਦੇ ਇਹ ਬੈਠੀਆਂ ਹੁੰਦੀਆਂ ਨੇ। ਸੋ ਇਸ ਕਾਰਨ ਕਰਕੇ ਸਾਨੂੰ ਗੁਰੂ ਜੀ ਸਮਝਾਉਂਦੇ ਨੇ ਵੀ ਆਪਣੇ ਮਨ ਨੂੰ, ਜਿਹੜਾ ਪੱਥਰ ਵਰਗਾ ਤੇਰਾ ਮਨ ਹੈ, ਇਸ ਨੂੰ ਗਿਆਨ ਜਿੰਨਾ ਮਰਜੀ ਦੇਈ ਜਾ, ਪਰ ਕੋਈ ਅਸਰ ਨਹੀਂ ਹੁੰਦਾ। ਪਰ ਤੂੰ ਆਪਣੇ ਆਪ ਨੂੰ ਇੱਥੋਂ ਬਦਲ। ਤੇ ਨਾਲ ਮਾਰੇ ਕਹਿੰਦੇ ਨੇ ਵੀ ਖੁਸਰੇ ਕਿਆ ਕਰਵਾਸ। ਕਹਿੰਦੇ ਜਿਹੜੇ ਖੁਸਰੇ ਨੇ, ਜਿੰਨਾ ਮਰਜੀ ਵਿਆਹ ਕਰਦੇ ਉਹਨਾਂ ਦਾ, ਉਹ ਵਿਆਹ ਕਰ ਲਓ, ਪਰ ਉਹ ਧੀਆਂ ਪੁੱਤ ਨਹੀਂ ਪੈਦਾ ਕਰ ਸਕਦੇ। ਫਿਰ ਮਹਾਰਾਜ ਕਹਿੰਦੇ ਵੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਇੱਥੇ ਐਸੇ ਜੀਵ ਨੇ ਜਿਹੜੇ ਕਿ ਧਾਰਮਿਕ ਸਥਾਨਾਂ ਦੇ ਉੱਤੇ ਜਾਂਦੇ ਨੇ, ਪਰ ਉਹਨਾਂ ਦੀ ਸ਼ਰਧਾ ਜਿਹੜੀ ਹੈ ਉਹ, ਜਾਂ ਉਹਨਾਂ ਦੀ ਜਿਹੜੀ ਭਾਵਨਾ, ਉਹ ਅਕਾਲ ਪੁਰਖ ਦੇ ਉੱਤੇ ਨਹੀਂ ਹੁੰਦੀ। ਸਤ ਸੰਗਤ ਵਿੱਚ ਬੈਠ ਕੇ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਕੋਈ ਵੱਖਰੇ ਖਿਆਲ, ਮਾੜੀ ਗੱਲ ਕਰੀ ਹੀ ਜਾਣਗੇ। ਕਹਿੰਦੇ ਇਹ ਉਸ ਤਰ੍ਹਾਂ ਦੇ ਨੇ ਵੀ ਇਹਨਾਂ ਨੂੰ ਜਿੰਨਾ ਮਰਜ਼ੀ ਸਮਝਾਈ ਜਾਓ, ਇਹਨਾਂ ਨੇ ਬਿਲਕੁਲ ਨਹੀਂ ਸਮਝਣਾ। ਜਿੱਦਾਂ ਖੁਸਰਾ ਹੈ, ਉਹ ਕੋਈ ਧੀ ਪੁੱਤ ਨਹੀਂ ਪੈਦਾ ਕਰ ਸਕਦਾ। ਇਹਨਾਂ ਨੂੰ ਜਿੰਨਾ ਮਰਜ਼ੀ ਦੱਸੀ ਜਾਓ, ਇਹ ਗਿਆਨ ਰੂਪੀ ਧੀ ਪੁੱਤ ਦੇ ਰੂਪ ਦੇ ਵਿੱਚ ਇਹ ਕੋਈ ਵੀ ਚੀਜ਼ ਨੂੰ ਪਕੜ ਨਹੀਂ ਸਕਦੇ। ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਤਾਤ। ਕਹਿੰਦੇ ਜਿਹੜੇ ਲੋਕ ਕਾਮ ਵਾਸਨਾ ਦੇ ਵਿੱਚ ਫਸੇ ਹੋਏ ਨੇ, ਇਹਨਾਂ ਨੂੰ ਜਿੰਨਾ ਮਰਜ਼ੀ ਗਿਆਨ ਦਾ ਦੇ ਦੇਵੋ, ਜਿੰਨਾ ਮਰਜ਼ੀ ਇਹਨਾਂ ਨੂੰ ਸੁਣਾਈ ਜਾਵੋ, ਜਿੰਨਾ ਮਰਜ਼ੀ ਇਹਨਾਂ ਨੂੰ ਚੰਦਨ ਵਰਗੀਆਂ ਸੀਤਲ ਚੀਜ਼ਾਂ ਦਾ ਸੁਣਾਈ ਚਲੋ, ਨਾਮ ਜਿਹੜਾ ਹੈ ਉਹ ਸੁਣਾਈ ਜਾਵੋ, ਅੰਤ ਦੇ ਉੱਤੇ ਫੇਰ ਇਹ ਕੁੱਤੀ ਦੇ ਮਗਰ ਹੀ ਭੱਜਣਗੇ। ਕਹਿੰਦੇ ਇਹ ਕਾਮ ਵਾਸਨਾ ਵਾਲੇ ਜਿੰਨਾ ਮਰਜ਼ੀ ਇਹਨਾਂ ਨੂੰ ਗਿਆਨ ਦੇ ਦਿਓ, ਅੰਤ ਫੇਰ ਇਹ ਵੇਸਵਾ ਦੇ ਦਰ ਨੂੰ ਹੀ ਭੱਜਣਗੇ। ਬੋਲਾਂ ਜੇ ਸਮਝਾਈਏ ਪੜੀਏ ਸਿਮਰਤ ਪਾਠ। ਕਹਿੰਦੇ ਬੋਲਾ ਕਹਿੰਦੇ ਨੇ ਜਿਹਦੇ ਕੰਨ ਨਾ ਹੋਣ। ਕਹਿੰਦੇ ਉਹ ਜਿਹਦੇ ਕੰਨ ਨਹੀਂ, ਉਹਨੂੰ ਜਿੰਨਾ ਮਰਜ਼ੀ ਪਾਠ ਉਹਦੇ ਮੋਰੇ ਪੜੀ ਜਾਓ, ਉਹਨੂੰ ਕੋਈ ਫਰਕ ਨਹੀਂ ਪੈਣਾ। ਇਸੇ ਤਰ੍ਹਾਂ ਕਹਿੰਦੇ ਨੇ ਜਿਹੜੇ ਲੋਕ ਇਹ ਇੰਨੇ ਤਕੜੇ ਮਨਮੁਖ ਬਣ ਚੁੱਕੇ ਨੇ, ਕੰਨਾਂ ਦੇ ਵਿੱਚ ਉਹਨਾਂ ਦੇ ਜਿੰਨਾ ਮਰਜ਼ੀ ਤੁਸੀਂ ਗੀਤਾ ਦਾ, ਹੋਰ ਪੁਰਾਣਾ ਦਾ, ਹੋਰ ਧਾਰਮਿਕ ਗ੍ਰੰਥਾਂ ਦਾ ਪਾਠ ਪੜ੍ਹੀ ਚੱਲੋ, ਪਰ ਉਹ ਬਿਲਕੁਲ ਸਮਝਦੇ ਨੇ, ਕਿਉਂਕਿ ਉਹਨਾਂ ਦਾ ਮਨ ਬੜਾ ਕਠੋਰ ਹੋ ਚੁੱਕਾ ਹੁੰਦਾ ਹੈ। ਅੰਧਾ ਚਾਨਣ ਰੱਖੀਐ ਦੀਵੇ ਬਲੇ 50। ਇਸੇ ਤਰ੍ਹਾਂ ਕਹਿੰਦੇ ਨੇ ਵੀ ਜਿਹੜੇ ਗਿਆਨ ਤੋਂ ਹੀਣੇ ਨੇ, ਅਗਿਆਨੀ ਨੇ, ਅੰਧੇ ਨੇ, ਉਹਨਾਂ ਦੇ ਮੂਹਰੇ ਸਾਰੇ ਢੇਰ ਲਿਆ ਕੇ ਧਾਰਮਿਕ ਗ੍ਰੰਥ ਦੇ ਰੱਖ ਦੇਵੋ,
ਉਹਨਾਂ ਨੂੰ ਬਿਲਕੁਲ ਵੀ ਉਹਨਾਂ ਦੀ ਨਿਗਾਹ ਦੇ ਵਿੱਚ ਨਹੀਂ ਆਉਂਦਾ, ਕੋਈ ਵੀ ਗਿਆਨ ਨੂੰ ਉਹ ਨਹੀਂ ਆਪਣੇ ਅੰਦਰ ਵਸਾਉਂਦੇ। ਚੌਣੇ ਸੋਈ ਨਾ ਪਾਈਐ ਚੁਣ ਚੁਣ ਖਾਵੇ ਘਾਸ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਪਸ਼ੂ ਬਿਰਤੀ ਵਾਲੇ ਜਿਹੜੇ ਰੂਪ ਨੇ ਲੋਕ ਨੇ, ਇਹਨਾਂ ਦੇ ਮੋਹਰੇ ਜਿੰਨਾ ਮਰਜ਼ੀ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਜਿਹੜੇ ਬਖਸ਼ਿਸ਼ ਕੀਤੇ ਹੋਏ ਪਦਾਰਥਾਂ ਬਾਰੇ ਗਿਆਨ ਦੇ ਦਿਓ, ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਇਹਨੇ ਮੁੜ ਮੁੜ ਕੇ ਹੀ ਨਿੰਦਿਆ ਚੁਗਲੀ ਦੇ ਵਿੱਚ ਹੀ ਫਸੇ ਰਹਿਣਾ ਹੈ। ਲੋਹਾ ਮਾਰਨ ਪਾਈਐ ਟਹੇ ਨਾ ਹੋਏ ਕਪਾਸ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਦੇ ਜੀਵ ਨੇ, ਜਿੰਨਾ ਮਰਜ਼ੀ ਇਹਨਾਂ ਦੇ ਕੋਲ ਗਿਆਨ ਇਹਨਾਂ ਨੂੰ ਸੁਣਾਏ ਜਾਓ, ਅੰਤ ਦੇ ਉੱਤੇ ਅਭਿਮਾਨ, ਹੰਕਾਰ, ਕਾਮ, ਕ੍ਰੋਧ, ਲੋਭ, ਹੰਕਾਰ ਦੇ ਜਿਹੜੇ 5 ਚੋਰ ਨੇ ਉਹ ਇਹਨਾਂ ਦੇ ਅੰਦਰੋਂ ਦੂਰ ਨਹੀਂ ਹੁੰਦੇ, ਉਹਨਾਂ ਦੇ ਵਿੱਚ ਹੀ ਫਸੇ ਰਹਿੰਦੇ ਹਨ। ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਹੁਣ ਦੇਖੋ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਮੂਰਖ ਦਾ ਗੁਣ ਕਹਿੰਦੇ ਨੇ, ਔਗਣ ਨਹੀਂ ਲੈਂਦੇ। ਇੱਥੇ ਕਮਾਲ ਦੀ ਗੱਲ ਹੈ, ਕਹਿੰਦੇ ਮੂਰਖ ਦਾ ਇਹੀ ਵੱਡਾ ਸਭ ਤੋਂ ਗੁਣ ਹੈ ਕਿ ਜਦੋਂ ਬੋਲੇਗਾ ਉਹ ਜ਼ਰੂਰ ਪਾੜਾ ਹੀ ਕਿਤੇ ਪਾਵੇਗਾ, ਕਿਤੇ ਲੜਾਈ ਹੀ ਖੜੀ ਕਰੇਗਾ। ਮਹਿਲਾ ਪਹਿਲਾ ਕਹਿਆ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ। ਵਾਹਿਗੁਰੂ ਸੱਚੇ ਪਾਤਸ਼ਾਹ ਨਿਰੰਕਾਰ ਨੂੰ ਆਖਣ ਲੱਗੇ, ਗੁਰੂ ਮਹਾਰਾਜ ਕਿਰਪਾ ਕਰੋ, ਜਿਹੜੇ ਟੁੱਟੇ ਨੇ ਉਹ ਫਿਰ ਕਿੱਦਾਂ ਜੁੜਦੇ ਨੇ, ਕਿੱਦਾਂ ਉਹ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਸਕਣ। ਹੁਣ ਇੱਥੇ ਭਾਈ ਕੁਝ ਵਸਤੂਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਗਿਣੀਆਂ ਨੇ, ਉਹਨਾਂ ਦਾ ਮੈਂ ਅੰਤਰ ਦੇ ਦੱਸਾਂਗਾ ਤੇ ਵੀ ਕਿੰਨੀਆਂ ਵਸਤੂਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਗਿਣਿਆ। ਇੱਥੇ ਸਤਿਗੁਰ ਕਹਿੰਦੇ ਨੇ ਵੀ ਹੁਣ ਭਾਈ ਦ੍ਰਿਸ਼ਟਾਂਤ ਰੂਪ ਦੇ ਵਿੱਚ ਕੁਝ ਚੀਜ਼ਾਂ ਦੇਖ ਲਓ, ਉਸ ਤਰ੍ਹਾਂ ਅਖੀਰਲੀ ਤੁਕ ਦੇ ਵਿੱਚ ਨਿਰੰਕਾਰ ਦੱਸਣਗੇ ਵੀ ਉਹ ਪ੍ਰਮਾਤਮਾ ਦੇ ਨਾਲ ਸਾਡਾ ਕਿੱਦਾਂ ਪ੍ਰੇਮ ਪੈਂਦਾ। ਕਹਿੰਦੇ ਕਹੇ ਦਾ ਭਾਂਡਾ, ਕਹਿਆ ਕੰਚਨ ਟੁੱਟੇ ਸਾਰ, ਕਹੇ ਦਾ ਭਾਂਡਾ ਟੁੱਟ ਜਾਵੇ ਤਾਂ ਤੁਸੀਂ ਉਹ ਜਿਹੜੇ ਪਠਠਿਆਰ ਹੁੰਦੇ ਨੇ ਭਾਂਡਾ ਬਣਾਉਣ ਵਾਲੇ, ਉਹ ਉਹਨੂੰ ਅੱਗ ਦੇ ਵਿੱਚ ਰੱਖ ਕੇ ਟਾਂਕਾ ਲਾ ਦਿੰਦੇ ਨੇ। ਬਸ ਇਸ ਕਰਕੇ ਕਹਿਆ ਟੁੱਟੇ ਹੋਏ ਭਾਂਡੇ ਦੇ 2 ਟੋਟੇ ਉਹ ਠਠਿਆਰ ਨੇ ਗਰਮ ਕੀਤਾ, ਟਾਂਕਾ ਲਾ ਦਿੱਤਾ, ਉਹ ਫਿਰ ਕੰਮ ਦੇ ਆ ਗਿਆ। ਅਗਨੀ ਗੰਢ ਪਵੇ ਲੋਹਾਰ, ਕਹਿੰਦੇ ਵੀ ਜਿਹੜੇ ਸੋਨਾ ਸੁਨਿਆਰਾ ਹੁੰਦਾ ਉਹ ਗਹਿਣਾ ਟੁੱਟ ਜਾਵੇ, ਉਸ ਗਹਿਣੇ ਨੂੰ ਟਾਂਕਾ ਲਾ ਕੇ ਉਹਨੂੰ ਫੇਰ ਠੀਕ ਕਰ ਦਿੰਦੇ ਹਨ। ਗੋਰੀ ਸੇਤੀ ਟੁੱਟੈ ਪਤਾਰ ਪੁੱਤੀ ਗੰਢ ਪਵੈ ਸੰਸਾਰ। ਇਹਦੇ ਘਰ ਦੇ ਵਿੱਚ ਕਿਸੇ ਤਰ੍ਹਾਂ ਕੋਈ ਕਾਰਨ ਕਰਕੇ ਘਰ ਵਾਲੀ ਦਾ ਤੇ ਜਿਹੜਾ ਘਰ ਵਾਲਾ ਹੈ ਇਹਨਾਂ ਦੀ ਲੜਾਈ ਹੋ ਜਾਵੇ, ਔਰ ਇਹ ਲੜਾਈ ਬਹੁਤ ਦੂਰ ਤੱਕ ਚਲੇ ਜਾਵੇ, ਡਿਵੋਰਸ ਤੱਕ ਵੀ ਭਾਵੇਂ ਚਲੇ ਜਾਵੇ। ਕਹਿੰਦੇ ਪੁੱਤੀ, ਇੱਥੇ ਧੀ ਤੇ ਪੁੱਤ, ਪੱਪੇ ਤੋਂ ਹੈ ਪੁੱਤ ਤੇ ਤੱਤੇ ਤੋਂ ਹੈ ਧੀ। ਜਿਹੜੇ ਇਸ ਦੇ ਇਹਨਾਂ ਦੇ ਧੀਆਂ ਪੁੱਤ ਨੇ ਉਹ ਇਹਨਾਂ ਨੂੰ ਦੁਬਾਰਾ ਪ੍ਰੇਮ ਦੀ ਗੰਢ ਦੇ ਵਿੱਚ ਬੰਨ੍ਹ ਦਿੰਦੇ ਨੇ, ਆਪਸ ਵਿੱਚ ਇਹਨਾਂ ਦੀ ਪ੍ਰੀਤੀ ਪਾ ਦਿੰਦੇ ਹਨ। ਰਾਜਾ ਮੰਗੇ ਦਿੱਤਾ ਗੰਢ ਪਾਏ ਭੁੱਖਿਆਂ ਗੰਢ ਪਵੈ ਜਾਂ ਖਾਏ। ਕੋਈ ਸੰਸਾਰ ਦੇ ਉੱਤੇ ਰਾਜਾ ਕਿਸੇ ਵਸਤੂ ਦੀ ਮੰਗ ਕਰੇ ਤਾਂ ਕਹਿੰਦੇ ਉਸੇ ਵੇਲੇ ਜਿਸ ਵੇਲੇ ਉਹਨੂੰ ਪਦਾਰਥੋਂ ਪ੍ਰਾਪਤ ਹੋ ਜਾਂਦਾ, ਫਿਰ ਉਹ ਪਦਾਰਥ ਦੇ ਨਾਲ ਉਹਦੀ ਪ੍ਰੀਤੀ ਪੈ ਜਾਂਦੀ ਹੈ। ਤਾਂ ਕਹਿੰਦੇ ਜਿਹੜਾ ਬਹੁਤ ਸਮੇਂ ਤੋਂ ਭੁੱਖਾ ਹੋਵੇ, 2 3 4 ਦਿਨ ਤੋਂ ਭੁੱਖਾ ਹੋਵੇ, ਉਹਦੇ ਪ੍ਰਾਣ ਨਿਕਲਦੇ ਜਾਣ ਤੇ ਜਿਸ ਵੇਲੇ ਉਸ ਨੂੰ ਭੋਜਨ ਜਦੋਂ ਖਾ ਲੈਂਦਾ ਉਹਦੀ ਫੇਰ ਪ੍ਰਾਣਾਂ ਦੇ ਨਾਲ ਪ੍ਰੀਤੀ ਪੈ ਜਾਂਦੀ ਹੈ। ਕਾਲਾ ਗੰਢ ਨਦੀਆਂ ਮੀ ਝੋਲ ਗੰਢ ਪ੍ਰੀਤੀ ਮਿੱਠੇ ਬੋਲ। ਕਹਿੰਦੇ ਦੇਖੋ ਕਾਲਾ ਦਾ ਮਤਲਬ ਹੈ ਜਿੱਥੇ ਕਾਲ ਪਿਆ ਹੋਵੇ, ਮੀਂਹ ਨਾ ਪੈਂਦਾ ਹੋਵੇ ਕਿਤੇ ਵੀ। ਕਹਿੰਦੇ ਜਿੱਥੇ ਕਾਲ ਪਿਆ ਹੋਵੇ, ਜਦੋਂ ਉੱਥੇ ਗੰਢ, ਉਹ ਗੰਢ ਉਹਨਾਂ ਦੀ ਪ੍ਰੀਤੀ ਕਿੱਦਾਂ ਪੈਂਦੀ, ਜਦੋਂ ਉੱਥੇ ਮੀਂਹ ਪੈਂਦਾ ਉਹ ਕਾਲ ਖਤਮ ਹੋ ਜਾਂਦਾ। ਕਹਿੰਦੇ ਵੀ ਜਿਹੜੀ ਉਹ ਸੁੱਕੀ ਹੋਈ ਬੰਜਰ ਹੋਈ ਧਰਤੀ ਮੀਂਹ ਦੇ ਕਾਰਨ ਕਰਕੇ ਜਿਹੜਾ ਵੀ ਅਸੀਂ ਉੱਥੇ ਫਸਲ ਬੀਜਾਂਗੇ ਜਾਂ ਉਹ ਦੁਬਾਰਾ ਹਰਿਆਵਲ ਹੋ ਜਾਂਦੀ, ਜਿਹਦੇ ਕਾਰਨ ਕਰਕੇ ਉਸ ਦੀ ਗੰਢ ਪ੍ਰੀਤੀ ਪੈ ਜਾਂਦੀ, ਦੁਬਾਰਾ ਉਸ ਦੀ ਕਦਰ ਪੈਣੀ ਸ਼ੁਰੂ ਹੋ ਜਾਂਦੀ ਹੈ। ਗੰਢ ਪ੍ਰੀਤੀ ਮਿੱਠੇ ਬੋਲ। ਕਹਿੰਦੇ ਵੀ ਇਸੇ ਤਰ੍ਹਾਂ ਜਿਹੜਾ ਜੀਵ ਦੂਸਰੇ ਦੇ ਨਾਲ ਆਪਣੀ ਪ੍ਰੀਤ ਪਾਉਣੀ ਚਾਹੁੰਦਾ, ਆਪਣੀ ਮਿੱਤਰਤਾ ਪਾਉਣਾ ਚਾਹੁੰਦਾ, ਕਹਿੰਦੇ ਉਹ ਜੇ ਮਿੱਠੇ ਬੋਲ ਬੋਲੂ, ਮਿੱਠੇ ਬੋਲਾਂ ਦੇ ਨਾਲ, ਪ੍ਰੇਮ ਦੇ ਨਾਲ ਉਹਨਾਂ ਦੀ ਇੱਕ ਦੂਜੇ ਦੇ ਨਾਲ ਪ੍ਰੀਤੀ ਪੈ ਜਾਂਦੀ ਹੈ। ਬੇਦਾਂ ਗੰਢ ਬੋਲੇ ਸੱਚ ਕੋਏ ਮੂਆਂ ਗੰਢ ਨੇਕੀ ਸਤ ਹੋਏ। ਸਤਿਗੁਰ ਕਹਿੰਦੇ ਨੇ ਜਿਹੜੇ ਸੱਚ ਬੋਲਣ ਵਾਲੇ ਨੇ, ਜਿਨ੍ਹਾਂ ਨੇ ਵੇਦਾਂ ਦੇ ਕੋਲੋਂ, ਗ੍ਰੰਥਾਂ ਦੇ ਕੋਲੋਂ ਗਿਆਨ ਲੈ ਲਿਆ, ਉਹ ਸੱਚ ਬੋਲਣਾ ਕਾਰਨ ਕਰਕੇ ਉਹਨਾਂ ਦੀ ਇਸ ਸੰਸਾਰ ਦੇ ਉੱਤੇ ਵਡਿਆਈ ਹੁੰਦੀ ਹੈ। ਉਹ ਇਸ ਕਰਕੇ ਉਹਨਾਂ ਦੀ ਪ੍ਰੀਤੀ ਪੈ ਜਾਂਦੀ, ਲੋਕ ਉਹਨਾਂ ਨੂੰ ਚੰਗਾ ਕਹਿਣਾ ਸ਼ੁਰੂ ਕਰ ਦਿੰਦੇ, ਉਹਨਾਂ ਦੀ ਇੱਜ਼ਤ ਮਾਣ ਹੋਣੀ ਸ਼ੁਰੂ ਹੋ ਜਾਂਦੀ ਹੈ।
ਮੋਇਆ ਗੰਢ ਨੇਕੀ ਸਤ ਹੋਏ। ਕਹਿੰਦੇ ਫਿਰ ਜਿਹੜੇ ਮਰ ਜਾਂਦੇ ਨੇ, ਜਿਹੜੇ ਹੁਣ ਜੀਵ ਮਰ ਜਾਂਦੇ ਨੇ, ਉਹਨਾਂ ਨੂੰ ਉਸ ਸਰੀਰ ਨੂੰ ਤਾਂ ਫੂਕ ਦਿੱਤਾ ਜਾਂਦਾ, ਪਰ ਉਹਨਾਂ ਦੀਆਂ ਨੇਕੀਆਂ ਦੇ ਕਾਰਨ ਕਰਕੇ ਸੰਸਾਰ ਦੇ ਉੱਤੇ ਉਹਦੀ ਯਾਦਗਾਰ ਬਣਾਈ ਜਾਂਦੀ ਹੈ। ਕਹਿੰਦੇ ਫਿਰ ਸੰਸਾਰ ਦੀ ਪ੍ਰੀਤੀ, ਸੰਸਾਰ ਦੀ ਗੰਢ, ਉਸ ਦੀ ਪ੍ਰੀਤੀ ਸਦਾ ਸੰਸਾਰ ਦੇ ਨਾਲ ਨੇਕੀਆਂ ਕਾਰਨ ਕਰਕੇ ਮੋਇਆਂ ਤੋਂ ਬਾਅਦ ਵੀ ਬਣੀ ਰਹਿੰਦੀ ਹੈ। ਏਤ ਗੰਢ ਵਰਤੈ ਸੰਸਾਰ, ਮੂਰਖ ਗੰਢ ਪਵੈ ਮੋਹਿ ਮਾਰ। ਕਹਿੰਦੇ ਇਹ ਜਿਹੜੀਆਂ ਗੰਢਾਂ ਨੇ, ਜਿਹੜੇ ਇਹ ਚੀਜ਼ਾਂ ਨੇ, ਜਿਹੜਾ ਅਸੀਂ ਤੁਹਾਨੂੰ ਪਹਿਲਾਂ ਗਿਆਨ ਦੇ ਕੇ ਹਟੇ ਹਾਂ, ਕਹਿੰਦੇ ਵੀ ਇਹਨਾਂ ਦੇ ਕਾਰਨ ਜਿਹੜੀਆਂ ਟੁੱਟੀਆਂ ਹੋਈਆਂ ਇੱਕ ਦੂਜੀਆਂ ਤੋਂ ਦੂਜੇ ਟੁੱਟੇ ਨੇ, ਉਹਨਾਂ ਦਾ ਆਪਸ ਵਿੱਚ ਵਰਤਾਰਾ ਸ਼ੁਰੂ ਹੋ ਜਾਂਦਾ, ਮਿਲਣ ਵਰਤਣ ਸ਼ੁਰੂ ਹੋ ਜਾਂਦਾ, ਪ੍ਰੀਤ ਪੈ ਜਾਂਦੀ ਹੈ। ਤੇ ਮੂਰਖ ਗੰਢ ਪਵੇ ਮੋਹਿ ਮਾਰ। ਪਰ ਕਹਿੰਦੇ ਜਿਹੜੇ ਮੂਰਖ ਹੁੰਦੇ ਨੇ ਨਾ, ਇਹਨਾਂ ਦੀ ਪ੍ਰੀਤੀ ਕਿਹੜੀ ਚੀਜ਼ ਦੇ ਨਾਲ? ਇਹਨਾਂ ਨੇ ਚਤਰਾਈਆਂ ਕਰਨੀਆਂ, ਘਰਾਂ ਦੇ ਵਿੱਚ ਬਹੁਤ ਬਖਰੇਵੇਂ ਪਾ ਦੇਣੇ, ਦੋ ਭਰਾਵਾਂ ਦੇ ਵਿੱਚ ਐਸਾ ਪਾੜ ਪਾ ਦੇਣਾ ਵੀ ਉਹਨਾਂ ਨੂੰ ਜੁਦੇ ਜੁਦੇ ਕਰ ਦੇਣਾ। ਕਹਿੰਦੇ ਵੀ ਇਹਨਾਂ ਦੇ ਉੱਤੇ ਇਹ ਟਿਕਾਣੇ ਤਾਂ ਆਉਂਦੇ ਆ, ਇਹਨਾਂ ਦੀ ਅਕਲ ਟਿਕਾਣੇ ਤਾਂ ਆਉਂਦੀ ਆ, ਇਹਨਾਂ ਦੀ ਪ੍ਰੀਤ ਡੰਡੇ ਦੇ ਨਾਲ ਆ। ਕਹਿੰਦੇ ਡੰਡੇ ਦੇ ਨਾਲ ਵੀ ਸਮਝਦੇ, ਜਦੋਂ ਇਹਨਾਂ ਦੇ ਮੂੰਹ ਤੇ ਡੰਡੇ ਪੈਂਦੇ ਆ, ਥੱਪੜ ਪੈਂਦੇ ਆ, ਫਿਰ ਇਹ ਉਹਦੇ ਅਧੀਨ ਹੋ ਜਾਂਦੇ ਨੇ। ਨਾਨਕ ਆਖੈ ਇਹੋ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਸਭ ਕੁਝ ਸਮਝਾ ਕੇ ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਸੰਸਾਰ ਦੇ ਜੀਵੋ, ਨਾਨਕ ਆਖੇ ਇਹੋ ਵਿਚਾਰ, ਇੱਕੋ ਵਿਚਾਰ ਮੇਰੀ ਸੁਣ ਲਿਓ। ਇਹ ਪਹਿਲਾਂ ਮੈਂ ਜਿਹੜੀਆਂ ਸੰਸਾਰ ਦੀਆਂ ਗੰਢਾਂ, ਸੰਸਾਰ ਦੀਆਂ ਪ੍ਰੀਤਾਂ ਦੇ ਟੁੱਟੇ ਨੇ, ਉਹਨਾਂ ਨੂੰ ਜੋੜਨ ਦੇ ਸਾਰੇ ਮੈਂ ਸਾਧਨ ਦੱਸਣਾ। ਪਰ ਕਹਿੰਦੇ ਉਹ ਪਰਮਾਤਮਾ ਨਿਰੰਕਾਰ ਸੱਚੇ ਪਾਤਸ਼ਾਹ ਨਾਲ ਤਾਂ ਪ੍ਰੀਤੀ, ਉਸ ਨਾਲ ਮਿਲਣਾ ਸਾਡਾ, ਉਸ ਦੇ ਨਾਲ ਉਦੋਂ ਦਰ ਤੇ ਪ੍ਰਵਾਨ ਹੋਣਾ, ਤੇ ਉਹਦੀ ਸਿਫਤ ਸਲਾਹ ਦੇ ਨਾਲ ਇਸ ਸਰੀਰ ਨੂੰ ਨਿਰਮਲ ਪਵਿੱਤਰ ਆਤਮਾ ਨੂੰ ਕਰਕੇ ਹੀ ਪਾਈ ਜਾ ਸਕਦੀ ਹੈ। ਪੌੜੀ ਆਪੇ ਕੁਦਰਤ ਸਾਜ ਕੈ, ਆਪੇ ਕਰੇ ਵਿਚਾਰ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ। ਨਿਰੰਕਾਰ ਇਸ ਸੰਸਾਰ ਦੇ ਉੱਤੇ ਜਿਹੜੀ ਸਾਰੀ ਕੁਦਰਤ ਹੈ, ਜਾਣੀ ਕਿ ਸੰਸਾਰ ਵੱਲੋਂ 84 ਸੰਸਾਰ ਦੇ ਉੱਤੇ 84 ਲੱਖ ਜੂਨਾਂ ਜਿਹੜੀਆਂ ਨੇ, ਇਹ ਉਹਦੀ ਕੁਦਰਤ ਹੈ। ਦਰਖਤ ਹੈ, ਜੰਗਲ ਬਿਆਬਾਨ ਨੇ, ਹੋਰ ਅਨੇਕਾਂ ਚੀਜ਼ਾਂ ਨੇ, ਇਹ ਉਹਦੀ ਕੁਦਰਤ ਹੈ। ਇਹ ਕੁਦਰਤ ਜਿਹੜੀ ਹੈ, ਮੈਂ ਬੇਨਤੀ ਬਹੁਤ ਵਾਰ ਕੀਤੀ, ਇਹ ਉਹ ਆਪਣੀ ਸ਼ਕਤੀ ਦਾ ਪ੍ਰਦਰਸ਼ਨ, ਸ਼ਕਤੀ ਸੰਸਾਰ ਨੂੰ ਦੱਸ ਰਹੇ ਨੇ। ਕੁਦਰਤ ਦੇ ਵਿੱਚ ਉਹ ਆਪ ਵਸਿਆ, ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦੇ ਵਿੱਚ ਆਪ ਵਸਿਆ ਹੋਇਆ ਹੈ ਸਤਿਗੁਰ ਜੀ। ਔਰ ਕਹਿੰਦੇ ਇਹ ਅਸੀਂ ਵੀ ਜਿਹੜੇ ਜੀਵ ਸੰਸਾਰ ਦੇ ਉੱਤੇ ਆ, ਇਹਨੂੰ ਵੀ ਤੁਸੀਂ ਇੱਕ ਮਾਇਆ ਦਾ ਰੂਪ ਦੇ ਲਓ। ਕੁਦਰਤ ਜਿਹੜੀ ਹੈ ਮਾਇਆ ਦਾ ਰੂਪ ਹੈ, ਸੋ ਇਸ ਕਰਕੇ ਅਸੀਂ ਵੀ ਮਾਇਆ ਦਾ ਰੂਪ ਹਾਂ। ਨਿਰੰਕਾਰ ਕਹਿੰਦੇ ਨੇ ਆਪ ਇਹ ਸਾਰੇ ਜਗਤ ਨੂੰ ਬਣਾ ਕੇ ਉਸ ਦੀ ਪ੍ਰਤਿਪਾਲਣਾ, ਖਾਣ ਦੇਣ ਦਾ ਵੀ ਵਿਚਾਰ ਆਪ ਹੀ ਨਿਰੰਕਾਰ ਰੱਖਦਾ ਹੈ। ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰ। ਕਈ ਐਸੇ ਨੇ ਸੰਸਾਰ ਦੇ ਉੱਤੇ ਜਿਹੜੇ ਖੋਟੇ ਨੇ, ਜਾਣੀ ਕਿ ਜਿਹੜੇ ਮਨਮੁਖ ਨੇ, ਤੇ ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਈ ਐਸੇ ਨੇ ਜਿਹੜੇ ਕਿ ਉਸ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਚੰਗੇ ਪਾ ਜਾਂਦੇ ਨੇ, ਪਰ ਦੋਨਾਂ ਦੀ ਪਰਖ ਕਰਨ ਵਾਲਾ ਆਪ ਵਾਹਿਗੁਰੂ ਹੈ। ਖਰੇ ਖਜ਼ਾਨੇ ਪਾਈਐ, ਖੋਟੇ ਸਟਿਐ ਬਾਹਰ ਵਾਰ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਖਰੇ ਨੇ, ਜਿਹੜੇ ਸਤਿਗੁਰ ਨੂੰ ਪ੍ਰਵਾਨ ਹੋ ਗਏ, ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਦੇ ਵਿੱਚ ਉਹਨਾਂ ਨੂੰ ਨਿਵਾਸ ਦਿੰਦੇ ਨੇ, ਖਜ਼ਾਨੇ ਦੇ ਵਿੱਚ ਪਾ ਲੈਂਦੇ ਨੇ। ਜਿਹੜੇ ਖੋਟੇ ਨੇ ਉਹਨਾਂ ਨੂੰ ਪੁੜ ਕੇ ਇਸ ਸੰਸਾਰ ਦੇ ਉੱਤੇ ਵੱਖਰੀ ਕਿਸੇ ਜੂਨ ਦੇ ਵਿੱਚ ਪਾ ਕੇ ਸਿੱਟ ਦਿੰਦੇ ਹਨ। ਖੋਟੇ ਸੱਚੀ ਦਰਗਹਿ ਸੁਟਿਐ, ਕਿਸੇ ਆਗੇ ਕਰੇ ਪੁਕਾਰ। ਜਦ ਖੋਟੇ ਮਨਮੁਖ ਜਿਹੜੇ ਜੀਵ ਨੇ ਸੱਚੀ ਦਰਗਾਹ ਦੇ ਵਿੱਚ ਜਾਂਦੇ ਨੇ, ਤੇ ਉਹਨਾਂ ਨੂੰ ਪਤਾ ਹੀ ਨਹੀਂ, ਕਾਰਨ ਇਹ ਕਿ ਉਹਨਾਂ ਨੂੰ ਉੱਥੇ ਕੋਈ ਮਾਨ ਸਤਿਕਾਰ ਨਹੀਂ ਮਿਲਦਾ, ਕੋਈ ਇੱਜ਼ਤ ਨਹੀਂ ਪ੍ਰਾਪਤ ਹੁੰਦੀ। ਹੁਣ ਕਿਹਦੇ ਅੱਗੇ ਉਹ ਪੁਕਾਰਾਂ ਕਰਨ, ਕਿਹਦੇ ਕੋਲ ਜਾ ਕੇ ਆਪਣੇ ਦੁਖੜੇ ਰੋਣ? ਸਤਿਗੁਰ ਪਿੱਛੇ ਭੱਜ ਪਵੈ, ਇਹਾ ਕਰਨੀ ਸਾਰ। ਕਹਿੰਦੇ ਵੀ ਇੱਕੋ ਹੀ ਚੀਜ਼ ਹੈ, ਜੇ ਤੇਰਾ ਸੰਸਾਰ ਦੇ ਉੱਤੇ ਰਹਿੰਦੇ ਰਹਿੰਦੇ ਤੂੰ ਭਾਵੇਂ ਜਿੱਦਾਂ ਮਰਜ਼ੀ ਪਾਪੀ ਹੋਵੇਂ, ਅਜਮਲ ਤੋਂ ਵੱਡਾ ਤਾਂ ਪਾਪੀ ਕੋਈ ਨਹੀਂ ਨਾ ਹੋ ਸਕਦਾ, ਗਨਕਾ ਤੋਂ ਵੱਡੀ ਪਾਪੜ ਕੋਈ ਨਹੀਂ ਹੋ ਸਕਦੀ। ਉਹਨਾਂ ਦਾ ਜੀਵਨ ਜਦੋਂ ਆਪਾਂ ਪੜਾਂਗੇ ਸੁਣਾਂਗੇ ਤੇ ਪਤਾ ਲੱਗੇਗਾ ਵੀ ਕਿਹੜੇ ਰੂਪ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਇਸ ਸੰਸਾਰ ਦੇ ਉੱਤੋਂ ਉੱਚੇ ਸੁੱਚੇ ਬਣਾਇਆ। ਕਹਿੰਦੇ ਵੀ ਦੇਖ ਗੱਲ ਸੁਣੋ, ਵੀ ਸਤਿਗੁਰ ਦੇ ਪਿੱਛੇ, ਉਸ ਪ੍ਰਮਾਤਮਾ ਵਾਹਿਗੁਰੂ ਦੇ ਪਿੱਛੇ ਭੱਜ ਪਵੋ।
ਪਿੱਛੇ ਭੱਜਣ ਦਾ ਮਤਲਬ ਵੀ ਉਹਦੀ ਸ਼ਰਨ ਦੇ ਵਿੱਚ ਜਾ ਕੇ ਡਿੱਗ ਪਵੋ। ਇਹਾ ਕਰਨੀ ਸਾਰ, ਇਸ ਤਰ੍ਹਾਂ ਦੀ ਜਿਸਲੇ ਤੁਸੀਂ ਸ੍ਰੇਸ਼ਟ ਕੰਮ ਕਰੋਗੇ। ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਣ ਹਾਰ। ਉਹ ਵਾਹਿਗੁਰੂ ਖੋਟਿਆਂ ਨੂੰ ਜਿਹੜੇ ਸ਼ਰਨ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਵੀ ਗਿਆਨ ਦੇ ਕੇ ਖਰੇ ਬਣਾ ਲੈਂਦੇ ਨੇ। ਫਿਰ ਉਹਨਾਂ ਨੂੰ ਵੀ ਨਿਰੰਕਾਰ ਸੱਚੇ ਪਾਤਸ਼ਾਹ ਜੀ ਸ਼ਬਦ ਬਖਸ਼ ਕੇ ਉਹਨਾਂ ਦਾ ਇਹ ਜੀਵਨ ਨੂੰ ਸਵਾਰ ਦਿੰਦੇ ਹਨ। ਸੱਚੀ ਦਰਗਹਿ ਮੰਨਿਆਨ ਗੁਰ ਕੈ ਪ੍ਰੇਮ ਪਿਆਰ। ਜਿਹੜੇ ਨਿਰੰਕਾਰ ਸੱਚੇ ਪਾਤਸ਼ਾਹ ਨਾਲ ਅਟੁੱਟ ਅਡੋਲ ਪਿਆਰ ਪਾ ਲਿਆ, ਜਿਨ੍ਹਾਂ ਨੇ ਪ੍ਰੇਮ ਪਾ ਲਿਆ, ਉਹ ਪ੍ਰੇਮ ਦੀ ਡੋਰੀ ਬੰਨ ਲਈ ਤਾਂ ਉਹ ਪ੍ਰੇਮ ਦੇ ਕਾਰਨ ਉਹਨਾਂ ਨੂੰ ਸੱਚੀ ਦਰਗਾਹ ਦੇ ਵਿੱਚ ਨਿਜ ਘਰ ਦੇ ਵਿੱਚ ਬਹੁਤ ਸਤਿਕਾਰ ਮਾਣ ਪ੍ਰਾਪਤ ਹੁੰਦਾ ਹੈ। ਗਣਤ ਤਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ। ਉਹਨਾਂ ਜਿਹੜੇ ਗੁਰੂ ਦੇ ਬਖਸ਼ੇ ਹੋਏ ਜੀਵ ਨੇ ਉਹਨਾਂ ਦੀ ਗਿਣਤੀ ਨਹੀਂ ਕੋਈ ਕਰ ਸਕਦਾ ਭਾਈ, ਉਹ ਤਾਂ ਕਰਤਾਰ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਾਣਦਾ ਹੈ। ਕਹਿੰਦੇ ਉਹਨਾਂ ਦੀ ਗਿਣਤੀ, ਉਹਨਾਂ ਦੀ ਵਡਿਆਈ ਵੀ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੂੰ ਨਿਰੰਕਾਰ ਨੇ ਬਖਸ਼ ਲਿਆ ਹੈ। ਸ਼ਲੋਕ ਮਹਿਲਾ ਪਹਿਲਾ। ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ। ਨਿਰੰਕਾਰ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਇਹ ਮਿਡਲ ਈਸਟ ਦੇ ਵਿੱਚ ਗਏ ਨੇ, ਕਾਬਲ ਗੰਧਾਰਵ ਤੋਂ ਹੁੰਦੇ ਹੁੰਦੇ ਮੱਕੇ ਮਦੀਨੇ ਵੱਲ ਨੂੰ ਵੀ ਗਏ, ਈਰਾਨ ਤੱਕ ਵੀ ਗਏ, ਔਰ ਇਹ ਵੀ ਸਬੂਤ ਮਿਲਦੇ ਵੀ ਨਿਰੰਕਾਰ ਕੁਵੈਤ ਦੇ ਵਿੱਚ ਗਏ। ਇਹ ਸਾਰੇ ਦਾ ਨਾਮ ਪਹਿਲਾਂ ਮਿਸਰ ਹੁੰਦਾ ਸੀ, ਮਿਡਲ ਈਸਟ ਬਾਅਦ ਦੇ ਵਿੱਚ ਨਾਮ ਪੈ ਗਿਆ, ਜਾਂ ਵੱਖਰੇ ਵੱਖਰੇ ਟੋਟੇ ਦੇ ਪੈ ਗਏ, ਸਾਰੇ ਮਿਸਰ ਕਹਿੰਦੇ ਹੁੰਦੇ ਸਨ ਇਹਨਾਂ ਨੂੰ। ਔਰ ਜਿਸ ਵੇਲੇ ਸਤਿਗੁਰੂ ਜੀ ਇੱਥੇ ਗਏ, ਇਹਨਾਂ ਦੀ ਜਿਹੜੀ ਬੋਲੀ ਸੀ ਉਹ ਸਾਰੀ ਅਰਬੀ ਸੀ। ਹੁਣ ਸਤਿਗੁਰ ਸੱਚੇ ਪਾਤਸ਼ਾਹ ਨਿਰੰਕਾਰ ਸਾਰੀਆਂ ਬੋਲੀਆਂ ਦੇ ਮਾਲਕ ਨੇ। ਹੁਣ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਥੇ ਇਹਨਾਂ ਨੂੰ ਜਿਸ ਵੇਲੇ ਗਿਆਨ ਦਿੰਦੇ ਨੇ, ਜੋ ਉਹਨਾਂ ਨੇ ਆਣ ਕੇ ਕਈਆਂ ਨੇ ਤਰਕਾਂ ਵੀ ਬੜੀਆਂ ਕੀਤੀਆਂ ਨਿਰੰਕਾਰ ਦੇ ਉੱਤੇ, ਤੇ ਕਈ ਉਸ ਤਰਕਾਂ ਦੇ ਰਾਹੀਂ ਨਿਰੰਕਾਰ ਦੇ ਮਰੀਦ ਵੀ ਬਹੁਤ ਬਣ ਗਏ। ਦਸਤਗੀਰ ਪੀਰ ਵਰਗੇ ਜਿਹੜੇ ਸਨ ਉਹ ਸਾਰੇ ਵੀ ਨਿਰੰਕਾਰ ਸੱਚੇ ਪਾਤਸ਼ਾਹ ਦੇ ਮਰੀਦ ਬਣ ਗਏ। ਜੀਵਨ ਕਾਜੀ ਵਰਗੇ ਮਰੀਦ ਬਣ ਗਏ ਸਨ ਉਹਨਾਂ ਦੇ। ਹੁਣ ਨਿਰੰਕਾਰ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਕਿ ਦੇਖੋ ਭਾਈ, ਖਿਆਲ ਕਰੋ, ਸੰਸਾਰ ਦੇ ਉੱਤੇ ਇੱਕੋ ਹੀ ਸਦਾ ਰਹਿਣ ਵਾਲਾ ਹੈ, ਬਾਕੀ ਸਾਰੇ ਜਿਹੜੇ ਖੋਟੇ ਨੇ। ਖੋਟੇ ਦਾ ਮਤਲਬ ਵੀ ਸਾਰਿਆਂ ਦਾ ਇੱਥੇ ਅੰਤ ਹੋਣਾ। ਹੁਣ ਇਹ ਫਾਰਸੀ ਦੇ ਵਿੱਚ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਹੁਣ ਅਸੀਂ ਸਾਡੀ ਬੇਨਤੀ ਨਿਰੰਕਾਰ ਨੂੰ ਆਪ ਹੀ ਇਹਦੇ ਅਰਥ ਕਿਰਪਾ ਕਰਕੇ ਕਰਵਾ ਲੈਣਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਮ ਜ਼ੇਰ ਜ਼ਿਮੀ ਦੁਨੀਆ ਪੀਰਾ ਮਸਾਇਕਾ ਰਾਇਆ। ਕਹਿੰਦੇ ਸੰਸਾਰ ਦੇ ਉੱਤੇ ਸੁਣੋ ਭਾਈ, ਇੱਧਰ ਦੇ ਲੋਕੋ, ਤੁਹਾਡੀ ਭਾਸ਼ਾ ਦੇ ਵਿੱਚ ਮੈਂ ਗਿਆਨ ਦੇਣ ਲੱਗਾ, ਜਿਹੜੇ ਪੀਰ ਨੇ, ਜਿਹੜੇ ਮਸਾਇਕ ਮਿਹਨਤਾਂ ਕਰਨ ਵਾਲੇ ਜੀਵ ਨੇ, ਜਿਹੜੇ ਰਾਜੇ ਨੇ, ਉਹਨਾਂ ਨੂੰ ਸਾਰਿਆਂ ਨੂੰ ਇੱਕ ਦਿਨ ਇਸ ਮਿੱਟੀ ਦੇ ਥੱਲੇ ਪੈਣਾ ਹੀ ਪੈਂਦਾ। ਅੰਤ ਨੂੰ ਉਹਨਾਂ ਨੂੰ ਇੱਥੋਂ ਜਾਣਾ ਪੈਂਦਾ। ਕਬਰਾਂ ਖੋਦ ਕੇ ਉਹਨਾਂ ਨੂੰ ਦਬਨਾਇਆ ਜਾਂਦਾ। ਹਮ ਜ਼ੇਰ ਜ਼ਮੀਨ ਦੁਨੀਆ, ਕਹਿੰਦੇ ਇਹ ਦੁਨੀਆ ਦੇ ਜਿਹੜੇ ਲੋਕ ਹੈ, ਇਹਨਾਂ ਨੂੰ ਇੱਕ ਦਿਨ ਖੋਦ ਕੇ ਕਬਰ ਨੂੰ ਇਹ ਧਰਤੀ ਦੇ ਵਿੱਚ ਉਹ ਲਪਟਾ ਹੀ ਦੇਣਾ, ਉਸ ਵਿੱਚ ਲੰਮਾ ਪਾ ਹੀ ਦੇਣਾ ਹੈ। ਮੈਂ ਰੱਬ ਦੇ ਬਾਦਸ਼ਾਹ ਅਫਜੂ ਖੁਦਾਏ। ਕਹਿੰਦੇ ਭਾਵੇਂ ਕੋਈ ਵੱਡਾ ਬਾਦਸ਼ਾਹ ਵੀ ਇੱਥੇ ਹੋਵੇ, ਹਮਾਂ ਤਮਾਂ ਵਾਲਾ ਕਰਨ ਵਾਲਾ ਹੋਵੇ, ਬਾਦਸ਼ਾਹ ਵੱਡਾ ਹੋਵੇ, ਭਾਵੇਂ ਉਹ ਰਾਜਪੂਤ ਹੋਵੇ ਜਿਹੜਾ ਆਪਣੇ ਆਪ ਨੂੰ ਯੋਧਾ ਖਵਾਉਂਦਾ ਹੋਵੇ, ਕਹਿੰਦੇ ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਵੀ ਇੱਕ ਦਿਨ ਇਤੋਂ ਸੰਸਾਰ ਦੇ ਉੱਤੋਂ ਜਾਣਾ ਹੀ ਪੈਣਾ ਹੈ। ਏਕ ਤੂੰ ਹੀ ਹੇ ਖੁਦਾ, ਉਹਨਾਂ ਨੂੰ ਦੱਸੇ ਵੀ ਇੱਕ ਤੂੰ ਹੀ ਸਦਾ ਸੱਚਾ ਸਦਾ ਰਹਿਣ ਵਾਲਾ ਇੱਥੇ ਹੈ, ਬਾਕੀ ਸਾਰੇ ਤਾਂ ਇੱਥੇ ਮਿੱਥ ਨੇ। ਸਾਰਿਆਂ ਨੇ ਇਤੋਂ ਸੰਸਾਰ ਤੋਂ ਜਾਣਾ ਹੀ ਜਾਣਾ ਹੈ। ਸਦਾ ਤੂੰ ਹੀ ਇੱਕ ਸਦਾ ਸਮਰੱਥ ਰਹਿਣ ਵਾਲਾ ਹੈ। ਮਹਿਲਾ ਪਹਿਲਾ। ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਿਕਾ ਧਰਾ। ਮਹਾਰਾਜ ਕਹਿੰਦੇ ਨਾ ਤੋਂ ਮਤਲਬ ਇਹਨਾਂ ਨੇ ਵੀ, ਜਾਣੇ ਕਿ ਅੰਤ ਇਹਨਾਂ ਦਾ ਵੀ ਹੋਣਾ। ਕਹਿੰਦੇ ਇੱਥੇ ਸਦਾ ਥਿਰ ਰਹਿਣ ਵਾਲੇ, ਨਾ ਦੇਵ ਕਹਿੰਦੇ ਨੇ ਦੇਵਤਿਆਂ ਨੂੰ, ਦਾਨਵ ਕਹਿੰਦੇ ਨੇ ਦੈਂਤਾਂ ਨੂੰ, ਤੇ ਨਰਾਂ ਨੂੰ, ਨਰ ਜਿਹੜੇ ਸਾਡੇ ਵਰਗੇ ਜਿਹੜੇ ਹਨ ਉਹਨਾਂ ਨੂੰ। ਕਹਿੰਦੇ ਨਾ ਤਾਂ ਇਹਨਾਂ ਨੇ ਸਦਾ ਇੱਥੇ ਰਹਿਣਾ, ਨਾ ਸਿੱਧ ਸਾਧਿਕ ਧਰਾ, ਜਿਹੜੇ ਸਿੱਧ ਨੇ ਜਿਨ੍ਹਾਂ ਦੇ 84 ਇਹਨਾਂ ਦੀਆਂ ਵੱਖਰੀਆਂ ਸ਼੍ਰੇਣੀਆਂ ਨੇ, ਕਹਿੰਦੇ ਇਹਨਾਂ ਨੇ ਵੀ ਇਹ ਧਰਤੀ ਦੇ ਉੱਤੇ ਸਦਾ ਨਹੀਂ ਰਹਿਣਾ। ਅਸਤ ਏਕ ਦਿਗਰ ਕੋਈ, ਏਕ ਤੁਈ ਸਦਾ ਇੱਕ ਨਿਰੰਕਾਰ ਹੀ ਸਦਾ ਸਥਿਰ ਰਹਿਣ ਵਾਲਾ। ਅਸਤ ਏਕ ਦਿਗਰ ਕੋਈ, ਨਹੀਂ ਤਾਂ ਦੂਜਾ ਕੋਈ ਨਹੀਂ ਅਕਾਲ ਪੁਰਖ ਤੋਂ ਬਗੈਰ ਜਿਹੜਾ ਸਦਾ ਸਥਿਰ ਰਹਿਣ ਵਾਲਾ, ਇੱਥੇ ਸਦਾ ਹੀ ਕਾਇਮ ਰਹਿਣ ਵਾਲਾ।
ਜਿਹੜਾ ਹੈ ਬਾਕੀ ਸਾਰੇ ਇਥੋਂ ਸੰਸਾਰ ਤੋਂ ਜਾਣ ਵਾਲੇ ਹਨ। ਮਹਿਲਾ ਪਹਿਲਾ, ਨਾ ਦਾਦੇ ਦੀ ਹੰਦ ਆਦਮੀ, ਨਾ ਸਪਤ ਜੇਰ ਜ਼ਮੀਨ। ਸਤਿਗੁਰ ਸੱਚੇ ਪਾਤਸ਼ਾਹ ਇਹ ਵੀ ਨਾਲ ਗੱਲ ਕਰਦੇ ਨੇ ਇਹਦੇ ਵਿੱਚ, ਕਹਿੰਦੇ ਨੇ ਵੀ ਦੇਖੋ ਭਾਈ, ਇੱਥੇ ਨਾ ਕੋਈ ਪਹਿਲਾਂ ਸਦਾ ਰਿਹਾ, ਨਾ ਕਿਸੇ ਨੇ ਸਦਾ ਰਹਿਣਾ, ਤੇ ਨਾ ਕੋਈ ਸਦਾ ਰਹੂਗਾ। ਇੱਕ ਅਕਾਲ ਪੁਰਖ ਹੀ ਹੈ ਜਿਹੜਾ ਸਦਾ, ਪਿੱਛੇ ਵੀ ਸਦਾ ਥਿਰ ਸੀ, ਅੱਜ ਵੀ ਇੱਥੇ ਉਹ ਵਸਿਆ ਹੋਇਆ ਹਰ ਇੱਕ ਦੇ ਵਿੱਚ ਆਪਣੀ ਕੁਦਰਤ, ਤੇ ਗਾਹਾਂ ਵੀ ਉਹੀ ਨਿਰੰਕਾਰ ਇੱਕ ਅਕਾਲ ਪੁਰਖ ਹੀ ਰਹੇਗਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਮਹੱਲਾ ਪਹਿਲਾ, ਨਾ ਦਾਦੇ ਦੇਹਿੰਦ ਆਦਮੀ। ਦੇਖੋ ਭਾਈ, ਨਾ ਇੱਥੇ ਜਿਹੜੇ ਦਾਦੇ ਨੇ ਉਹ ਇਮਦਾਦ ਦੇਣ ਵਾਲੇ ਨੂੰ ਕਹਿੰਦੇ ਨੇ। ਇਮਦਾਦ ਜਿਹੜੀ ਹੁੰਦੀ ਆ ਉਹ ਮਾਲਕ ਸੱਚੇ ਪਾਤਸ਼ਾਹ ਕਰਕੇ ਕਿਰਪਾ ਕਰਕੇ ਸਾਨੂੰ ਦੱਸਦੇ ਨੇ ਕਿ ਜਿਹੜੇ ਇਨਸਾਫ ਕਰਦੇ ਨੇ, ਕਾਜੀ ਜਿਨ੍ਹਾਂ ਨੂੰ ਅੱਜ ਅਸੀਂ ਜੱਜ ਕਹਿ ਦਿੰਦੇ ਆ, ਮੈਜਿਸਟ੍ਰੇਟ ਕਹਿ ਦਿੰਦੇ ਆ, ਜਿਹੜੇ ਅਨਿਆਂ ਕਰਦੇ ਨੇ, ਕਹਿੰਦੇ ਜਿਹੜੇ ਅੱਜ ਇੱਥੇ ਨਿਆਂ ਕਰਦੇ ਨਾ, ਉਹਨਾਂ ਨੇ ਵੀ ਇੱਥੋਂ ਚਲੇ ਜਾਣਾ ਹੈ। ਉਹਨਾਂ ਨੇ ਵੀ ਇੱਕ ਦਿਨ ਇੱਥੋਂ ਜਾਣਾ। ਦੇਹਿੰਦ ਆਦਮੀ ਕਹਿੰਦੇ ਵੀ ਉਹਨਾਂ ਨੇ ਵੀ ਇੱਥੋਂ ਚਲੇ ਜਾਣਾ ਹੈ। ਜਿਹੜਾ ਦੇਹਿੰਦ ਦਾ ਮਤਲਬ ਇਨਸਾਫ ਕਰਨ ਵਾਲਾ, ਇਨਸਾਫ ਵਾਲਾ ਤੇ ਇਨਸਾਫ ਕਰਨ ਵਾਲਾ ਜਿਹੜਾ ਹੈ, ਉਹਨਾਂ ਨੇ ਇੱਥੋਂ ਚਲੇ ਜਾਣਾ। ਭਾਵੇਂ ਉਹ ਜੱਜ ਰੂਪ ਚ ਦੇ ਲਓ, ਮੈਜਿਸਟ੍ਰੇਟ ਰੂਪ ਜਾਂ ਸੋਲਿਸਿਟਰ ਰੂਪ, ਕਿਸੇ ਰੂਪ ਦੇ ਵਿੱਚ ਵੀ ਦੇ ਲਓ, ਜਿਹੜੇ ਜਾਣੀ ਕਿ ਸਮਝੌਤਾ ਕਰਾਉਂਦੇ ਨੇ, ਉਹਨਾਂ ਨੂੰ ਵੀ ਇੱਕ ਦਿਨ ਜਾਣਾ। ਨਾ ਸਖਤ ਜ਼ੇਰ ਜ਼ਮੀਂ, ਕਹਿੰਦੇ ਸੱਤਾਂ ਪਤਾਲਾਂ ਦੇ ਥੱਲੇ, ਸੱਤਾਂ ਪਤਾਲਾਂ ਦੇ ਵਿੱਚ ਜਿਹੜੇ ਨੇ, ਉਹਨਾਂ ਦੇ ਉੱਤੇ ਨਿਗਾਹ ਮਾਰ ਕੇ ਦੇਖ ਲਓ। 7 ਪਤਾਲ, ਜਿਹੜੇ 7 ਸਮੁੰਦਰਾਂ ਦੀ ਗੱਲ ਕੀਤੀ ਮਾਲਕ ਨੇ, ਕਹਿੰਦੇ ਇੱਕ ਦਿਨ ਇਹਨਾਂ ਨੇ ਵੀ ਇੱਥੋਂ ਚਲੇ ਜਾਣਾ ਹੈ। ਇਹ ਵੀ ਇਹਨਾਂ ਦਾ ਵੀ ਨਾਸ ਇੱਕ ਦਿਨ ਹੋਣਾ ਹੀ ਹੋਣਾ ਹੈ। ਅਸਤ ਏਕ ਦਿਗਰ ਕੋਈ, ਏਕ ਤੁਈ, ਏਕ ਤੁਈ। ਇਹ ਖੁਦਾ ਸਦਾ ਥਿਰ ਰਹਿਣ ਵਾਲਾ ਤੁਹੀਆਂ, ਦੂਜਾ ਕੋਈ ਨਹੀਂ ਹੈ। ਇਸ ਕਰਕੇ ਸਦਾ ਪ੍ਰਮਾਤਮਾ ਨਿਰੰਕਾਰ ਇੱਕ ਤੂੰ ਹੀ ਹੈ। ਇੱਕ ਤੂੰ ਹੀ ਮੇਰੀ ਤੇਰੀ ਤੁਹਾਨੂੰ ਨਮਸਕਾਰ ਹੈ। ਮਹਿਲਾ ਪਹਿਲਾ, ਨਾ ਸੂਰ ਸਸ ਮੰਡਲੋ, ਨਾ ਸਪਤ ਦੀਪ ਨਹਿ ਜਲੋ। ਵਾਹਿਗੁਰੂ ਜੀ ਕਹਿੰਦੇ ਨੇ ਵੀ ਨਾ ਸੂਰ, ਸੂਰ ਕਹਿੰਦੇ ਨੇ ਸੂਰਜ, ਤੇ ਸੱਸ ਕਹਿੰਦੇ ਨੇ ਚੰਦਰਮਾ ਨੂੰ। ਕਹਿੰਦੇ ਨਾ ਤਾਂ ਸਦਾ ਚੰਦਰਮਾ ਨੇ ਇੱਥੇ ਪਾਈ ਰਹਿਣਾ, ਨਾ ਹੀ ਸੂਰਜ ਨੇ ਸਦਾ ਇੱਥੇ ਰਹਿਣਾ, ਤੇ ਆਹ ਜਿਹੜਾ ਮੰਡਲ ਹੈ ਜਿਹਨੂੰ ਆਕਾਸ਼ ਆਪਾਂ ਕਹਿੰਦੇ ਹਾਂ, ਕਹਿੰਦੇ ਨਾ ਹੀ ਇਸ ਨੇ ਸਦਾ ਇੱਥੇ ਰਹਿਣਾ। ਨਾ ਸਪਤ ਦੀਪ ਨਾ ਜਲੋ, ਨਾ ਸੂਰਜ ਨੇ ਮੰਡਲ ਦੇ ਵਿੱਚ ਰਹਿਣਾ, ਨਾ ਚੰਦਰਮਾ ਨੇ ਇੱਥੇ ਰਹਿਣਾ, ਤੇ ਨਾ ਹੀ ਇਹ ਸੱਤੇ ਜਿਹੜੇ ਦੀਪ ਹੈ, ਜਿਹੜੇ ਤਾਰੇ ਨੇ, ਔਰ ਜਿਹੜੇ ਸਾਨੂੰ ਰੋਸ਼ਨੀ ਦੇ ਰਹੇ ਨੇ, ਇਹਨਾਂ ਤੱਤਾਂ ਨੇ, ਜਾਂ ਜਿਹੜੇ ਜਲ ਦੇ ਤੱਤ ਨੇ। ਦੀਪ ਨਾ ਜਲੋ, ਇਹਦਾ ਮਤਲਬ ਜਿਹੜੇ ਜਲ ਵਾਲੀਆਂ ਵਸਤੂਆਂ ਵੀ ਨੇ, ਉਹਨਾਂ ਨੇ ਵੀ ਇੱਥੇ ਥਿਰ ਨਹੀਂ ਰਹਿਣਾ। ਅਨ ਪਾਉਣ ਥਿਰ ਨਾ ਕੋਈ, ਏਕ ਤੁਈ, ਏਕ ਤੁਈ। ਇਹ ਨਿਰੰਕਾਰ ਸੱਚੇ ਪਾਤਸ਼ਾਹ ਜੀ, ਜਿਹੜੇ ਅੰਨ ਕਹਿੰਦੇ ਨੇ ਭੋਜਨ ਦੀਆਂ ਵਸਤੂਆਂ ਜਿਹੜੀਆਂ ਨੇ, ਔਰ ਜਿਹਦੇ ਵਿੱਚ ਪੌਣ ਆ ਜਾਂਦੀ ਹਵਾ ਵੀ ਕਹਿੰਦੇ ਨੇ, ਥਿਰ ਨਾ ਕੋਈ, ਕਹਿੰਦੇ ਇਹ ਵੀ ਅਚਲ ਨਹੀਂ, ਇਹਨਾਂ ਦਾ ਵੀ ਇੱਕ ਦਿਨ ਅੰਤ ਹੋਣਾ ਹੀ ਹੋਣਾ ਹੈ। ਏਕ ਤੂੰ ਹੀ, ਏਕ ਤੂੰ ਹੀ, ਇਹ ਸਦਾ ਥਿਰ ਰਹਿਣ ਵਾਲੇ ਨਿਰੰਕਾਰ ਇੱਕ ਤੁਸੀਂ ਹੀ ਹੋ, ਤੁਸੀਂ ਹੀ ਹੋ, ਜਿਹਨੂੰ ਸਾਡੀ ਕੁਟਾਨ ਮਾਰ ਕਰਕੇ ਨਮਸਕਾਰ। ਮਹਿਲਾ ਪਹਿਲਾ, ਨਾ ਰਿਜਕ ਦਸਤਿਆ ਕਸੇ, ਹਮਾਰਾ ਏਕ ਆਸ ਵਸੇ। ਨਾ ਰਿਜ਼ਕ ਦਸਤ ਆ ਕਸੇ, ਕਹਿੰਦੇ ਉਹ ਪਰਮਾਤਮਾ ਤੋਂ ਬਗੈਰ ਹੋਰ ਕੋਈ ਨਹੀਂ ਜਿਹੜਾ ਇਸ ਸੰਸਾਰ ਨੂੰ ਰਿਜ਼ਕ ਦੇ ਸਕਦਾ, ਕੋਈ ਨਹੀਂ ਹੈ। ਹੋਰ ਕਿਸੇ ਦੇ ਹੱਥਾਂ ਦੇ ਵਿੱਚ ਤਾਕਤ ਨਹੀਂ ਹੈ ਜਿਹੜਾ ਕਿ ਇੱਥੇ ਕਿਸੇ ਨੂੰ ਵੀ ਆਣ ਕੇ ਕੋਈ ਵੀ ਜੀਵਨ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਦੇ ਸਕੇ। ਹਮਰਾ ਏਕ ਆਸ ਵਸੇ, ਪਰ ਅਸੀਂ ਉਹ ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਦੇ ਉੱਤੇ ਆਸ ਨਹੀਂ ਸਾਡੀ ਹੋਣੀ ਚਾਹੀਦੀ, ਤੇ ਨਾ ਹੀ ਉਹ ਤੋਂ ਬਗੈਰ ਕੋਈ ਅੰਨ ਪਾਣੀ ਸਾਨੂੰ ਦੇ ਸਕਦਾ ਹੈ। ਅਸਤ ਏਕ ਦਿਗਰ ਕੋਈ, ਏਕ ਤੁਈ, ਏਕ ਤੁਈ। ਕਿਉਂਕਿ ਉਹ ਪਰਮਾਤਮਾ ਹੀ ਸਦਾ ਥਿਰ ਰਹਿਣ ਵਾਲਾ ਹੈ। ਸੋ ਇੱਕ ਉਹੀ ਅਕਾਲ ਪੁਰਖ ਹੈ, ਇੱਕ ਉਹੀ ਖੁਦਾ ਹੈ ਜਿਹਨੂੰ ਸਾਡੀ ਨਮਸਕਾਰ ਹੈ। ਮਹਿਲਾ ਪਹਿਲਾ, ਪਰੰਦੇ ਨਾ ਗਿਰਾਹਾ ਜਰ,
ਦਰਖਤ ਆਬ ਆਸ ਕਰ। ਪ੍ਰੰਦਾਏ ਨ ਗ੍ਰਹ ਜ਼ਰ, ਕਹਿੰਦੇ ਨੇ ਜਿਹੜੇ ਪ੍ਰੰਦਾਏ ਦਾ ਮਤਲਬ ਹੁੰਦਾ ਜਿਹੜੇ ਪੰਛੀ ਆ, ਜਿਹੜੇ ਇਹ ਵੀ ਜਿਹੜੇ ਨੇ ਜਿਹੜੇ ਇਕੱਠੇ ਰਹਿੰਦੇ ਨੇ, ਕਹਿੰਦੇ ਇਹਨਾਂ ਨੇ ਵੀ ਇੱਕ ਦਿਨ ਇਹਨਾਂ ਦੇ ਕੋਲ ਧਨ ਦੌਲਤ ਨਹੀਂ, ਕਹਿੰਦੇ ਪ੍ਰੰਦਾਏ ਨ ਗ੍ਰਹ ਜ਼ਰ, ਇਹਨਾਂ ਦੇ ਕੋਲ ਇਹਨਾਂ ਦੇ ਪੱਲੇ ਦੇ ਵਿੱਚ ਕਿਤੇ ਵੀ ਧਨ ਦੌਲਤ ਨਹੀਂ, ਪਰ ਉਹ ਜਿਹੜਾ ਪ੍ਰਮਾਤਮਾ ਨਿਰੰਕਾਰ ਸੱਚੇ ਪਾਤਸ਼ਾਹ ਹੈ, ਦਰਖਤ ਆਬ ਆਸ ਕਰ, ਉਸ ਨੇ ਜਿਹੜੇ ਦਰਖਤ ਬਣਾਏ ਨੇ, ਜਿਹੜੇ ਜਲ ਨੇ, ਉਹੀ ਇਹਨਾਂ ਦਾ ਆਸਰਾ ਬਣਾ ਦਿੱਤਾ। ਦਰਖਤ ਆਬ ਆਸ ਕਰ, ਉਹ ਕਹਿੰਦੇ ਨੇ ਇਹਨਾਂ ਦੀ ਪਾਲਣ ਪੋਸ਼ਣ ਤੇ ਇਹਨਾਂ ਦੀ ਆਸ ਜਿਹੜੀ ਹੁੰਦੀ ਹੈ ਉਹ ਦਰਖਤਾਂ ਦੇ ਉੱਤੇ ਹੈ ਤੇ ਪਾਣੀ ਦੇ ਉੱਤੇ ਹੈ। ਦਿਹੰਦ ਸੂਈ ਏਕ ਤੂਈ ਏਕ ਤੂਈ, ਇਹ ਜਿਹੜਾ ਦਿਹੰਦ ਸੂਈ ਇੱਕੋ ਹੀ ਅਕਾਲ ਪੁਰਖ ਹੈ ਜਿਹੜਾ ਇਹਨਾਂ ਨੂੰ ਇਸ ਦੂ ਰੂਪ ਦੇ ਵਿੱਚ ਰੋਜ਼ੀ ਰੋਟੀ ਦੇ ਰਿਹਾ ਹੈ। ਇਸ ਕਰਕੇ ਇੱਕ ਅਕਾਲ ਪੁਰਖ, ਇੱਕ ਵਾਹਿਗੁਰੂ, ਇੱਕ ਖੁਦਾ ਨੂੰ ਸਾਡੀ ਨਮਸਕਾਰ ਹੈ। ਮਹਿਲਾ ਪਹਿਲਾ ਨਾਨਕ ਲਿਲਾਰ ਲਿਖਿਆ ਸੋਏ, ਮੇਟ ਨ ਸਾਕੈ ਕੋਏ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਲਿਲਾਰ ਕਹਿੰਦੇ ਨੇ ਮੱਥੇ ਦੇ ਲੇਖਾਂ ਨੂੰ, ਕਹਿੰਦੇ ਜੋ ਤੇਰੇ ਮੱਥੇ ਦੇ ਉੱਤੇ ਲਿਖਿਆ ਹੈ ਦੁਨੀਆ ਦੀ ਕੋਈ ਤਾਕਤ ਨਹੀਂ ਉਹਨੂੰ ਮੇਟ ਸਕੇ। ਕਲਾ ਧਰੇ ਹਿਰੇ ਸੂਈ ਏਕ ਤੂਈ ਏਕ ਤੂਈ, ਇਸ ਤਰ੍ਹਾਂ ਕਹਿੰਦੇ ਨੇ ਵੀ ਕਲਾ ਧਰਾ ਹਿਰੇ ਸੂਈ, ਇਹ ਪ੍ਰਾਣ ਜਿਹੜੇ ਸਾਡੇ ਸਰੀਰ ਦੇ ਵਿੱਚ ਨੇ ਉਹਨਾਂ ਨੂੰ ਟਿਕਾਉਣ ਵਾਲਾ, ਉਹਨਾਂ ਨੂੰ ਸਾਨੂੰ ਦੇਣ ਵਾਲਾ ਉਹੀ ਹੈ, ਤੇ ਹਿਰੇ ਸੋਈ ਉਹਨਾਂ ਨੂੰ ਖਤਮ ਕਰਨ ਵਾਲਾ, ਜ਼ਿੰਦਗੀ ਦੇਣ ਵਾਲਾ ਵੀ ਉਹ ਹੈ, ਜ਼ਿੰਦਗੀ ਲੈ ਕੇ ਜਾਣ ਵਾਲਾ ਵੀ ਉਹੀ ਹੈ। ਏਕ ਤੂਈ, ਇਸ ਕਰਕੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਸੱਤਿਆ ਦੇਣ ਵਾਲੇ ਵੀ ਆਪ ਨੇ ਤੇ ਖੋਣ ਵਾਲੇ ਵੀ ਆਪ ਨੇ, ਜੀਵਨ ਦੇਣ ਵਾਲੇ ਵੀ ਆਪ ਨੇ, ਜੀਵਨ ਨੂੰ ਖਤਮ ਕਰਨ ਵਾਲੇ ਵੀ ਆਪ ਨੇ। ਇਸ ਕਰਕੇ ਇੱਕ ਸਾਡੀ ਉਹ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਖੁਦਾ ਨੂੰ ਨਮਸਕਾਰ ਹੈ। ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਇਹ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਤੇਰਾ ਜਿਹੜਾ ਹੁਕਮ ਹੈ, ਜਿਸ ਹੁਕਮ ਦੇ ਅਧੀਨ ਸਭ ਕੁਝ ਹੋ ਰਿਹਾ ਹੈ, ਉਸ ਹੁਕਮ ਨੂੰ ਤੇਰੇ ਪਿਆਰੇ ਜਿਹੜੇ ਨੇ ਜਿਨ੍ਹਾਂ ਤੇ ਤੇਰੀ ਕਿਰਪਾ ਹੋ ਜਾਂਦੀ ਉਹੀ ਪਛਾਣਦੇ ਨੇ, ਉਹੀ ਜਾਣਦੇ ਨੇ। ਗੁਰਮਤੀ ਆਪ ਗਵਾਏ ਸੱਚ ਪਛਾਣਿਆ, ਤੇਰੇ ਕੋਲੋਂ ਇਹ ਜਿਹੜੇ ਤੇਰੇ ਬਖਸ਼ੇ ਹੋਏ ਜੀਵ ਨੇ, ਤੇਰੇ ਕੋਲੋਂ ਗਿਆਨ ਲੈ ਕੇ ਉਹਨਾਂ ਨੇ ਉਹ ਗਿਆਨ ਦਾ ਹੀ ਚੋਲਾ ਪਾਇਆ, ਅੰਦਰ ਨਾਮ ਨੂੰ ਵਸਾਇਆ, ਸ਼ਬਦ ਨੂੰ ਪ੍ਰਗਟ ਕੀਤਾ ਤੇ ਆਪਣੇ ਆਪ ਨੂੰ ਖਤਮ ਕਰ ਦਿੱਤਾ ਸ਼ਬਦ ਦੇ ਵਿੱਚ। ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ, ਤੇ ਆਪਣੇ ਆਪ ਨੂੰ ਗਵਾ ਕੇ ਉਹਨਾਂ ਨੇ ਸ਼ਬਦ ਦੇ ਵਿੱਚ ਤੈਨੂੰ ਸੱਚਾ ਪਛਾਣ ਲਿਆ। ਉਹਨਾਂ ਨੇ ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ, ਇਹ ਸੱਚਾ ਤੇਰਾ ਦਰਬਾਰ ਨਿਰੰਕਾਰ ਉਹਨਾਂ ਨੇ ਪ੍ਰਾਪਤ ਕਰ ਲਿਆ, ਪ੍ਰਗਟ ਕਰ ਲਿਆ, ਉਹਨਾਂ ਨੂੰ ਗਿਆਨ ਉਹਦਾ ਹੋ ਗਿਆ। ਤੇ ਉਹ ਸ਼ਬਦ ਦੀ ਕਿਰਪਾ ਦੇ ਨਾਲ, ਸ਼ਬਦ ਦੇ ਨਿਸ਼ਾਨ ਦੇ ਨਾਲ, ਸ਼ਬਦ ਦੀ ਮੋਹਰ ਦੇ ਨਾਲ, ਸ਼ਬਦ ਦੀ ਕਿਰਪਾ ਦੇ ਨਾਲ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ, ਤੇਰੇ ਪਿਆਰੇ ਸੱਚੇ ਸ਼ਬਦ ਦੇ ਵਿੱਚ ਅਭੇਦ ਹੋ ਗਿਆ। ਉਹਨਾਂ ਨੇ ਉਸ ਸ਼ਬਦ ਦੀ ਵਿਚਾਰ ਕੀਤੀ, ਉਸ ਦਾ ਜਪ ਕੀਤਾ, ਤਪ ਕੀਤਾ, ਜੀਵਨ ਉੱਚਾ ਸੱਚਾ ਬਣਾ ਕੇ ਤੇਰੇ ਵਿੱਚ ਹੀ ਸਮਾ ਗਏ। ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ, ਪਰ ਜਿਹੜੇ ਇਸ ਰਾਹ ਦੇ ਉੱਤੋਂ ਹੋਰ ਰਾਹ ਦੇ ਮਨ ਦੇ ਰਾਹ ਦੇ ਉੱਤੇ ਤੁਰੇ ਨੇ, ਮਨਮੁਖ ਜਿਨ੍ਹਾਂ ਨੂੰ ਕਿਹਾ ਹੋਇਆ ਪ੍ਰਮਾਤਮਾ ਤੋਂ ਇਲਾਵਾ ਮਾਇਆ ਦੇ ਜਾਲਾਂ ਦੇ ਵਿੱਚ ਫਸੇ ਹੋਏ ਨੇ, ਉਹ ਸਦਾ ਕੁੜਿਆਰ, ਉਹ ਸਦੇ ਹੀ ਝੂਠੇ ਕਰਮ ਕਰਦੇ ਨੇ, ਝੂਠੇ ਪਾਪਾਂ ਵਾਲੇ ਕਰਮ ਕਰਦੇ ਨੇ। ਇਸ ਕਰਕੇ ਉਹ ਵਿਸ਼ਾ ਵਿਕਾਰਾਂ ਦੇ ਵਿੱਚ ਫਸੇ ਰਹਿੰਦੇ ਨੇ ਤੇ ਉਹਨਾਂ ਨੂੰ ਸੱਚ ਦਾ ਕੋਈ ਗਿਆਨ ਨਹੀਂ ਹੁੰਦਾ। ਵਿਸਤਾ ਅੰਦਰ ਵਾਸ ਸਾਧ ਨ ਜਾਣਿਆ, ਕਿਉਂਕਿ ਉਹ ਗੰਦਗੀ ਦੇ ਵਿੱਚ ਰਹਿੰਦੇ ਹੁੰਦੇ ਨੇ, ਉਹਨਾਂ ਨੂੰ ਹੋਰ ਕੋਈ ਸੱਚ ਦਾ ਸਵਾਦ ਚੰਗਾ ਵੀ ਨਹੀਂ ਲੱਗਦਾ। ਇਸ ਕਰਕੇ ਉਹ ਭਰਮ ਭੁਲਾਣਿਆ, ਉਹ ਸਦਾ ਹੀ ਚਿੰਤਾ ਤੇ ਹੋਰ ਅਨੇਕਾਂ ਰੋਗਾਂ ਦੇ ਵਿੱਚ ਫਸੇ ਰਹਿੰਦੇ ਨੇ। ਬਿਨ ਨਾਮੇ ਦੁੱਖ ਪਾਏ ਆਵਣ ਜਾਣਿਆ, ਨਿਰੰਕਾਰ ਤੇਰੇ ਨਾਮ ਤੋਂ ਬਗੈਰ ਬੜਾ ਉਹ ਦੁੱਖ ਪਾਉਂਦੇ ਨੇ। ਇਹਦੂ ਸੰਸਾਰ ਦੇ ਉੱਤੇ ਉਹਨਾਂ ਦਾ ਸੰਸਾਰ ਦੇ ਉੱਤੇ ਆਉਣਾ ਜਾਣਾ ਬਣਿਆ ਰਹਿੰਦਾ ਹੈ, ਜੰਮਦੇ ਨੇ ਮਰਦੇ ਨੇ। ਹਾਂਜੀ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ, ਨਿਰੰਕਾਰ ਕਹਿੰਦੇ ਨੇ ਵੀ ਹੇ ਅਕਾਲ ਪੁਰਖ ਤੁਸੀਂ ਹੀ ਪਾਰਖੂ ਹੋ, ਪਰਖਣ ਵਾਲੇ, ਜਿਨ੍ਹਾਂ ਨੇ ਖੋਟੇ ਤੇ ਖਰੇ ਨੂੰ ਪਛਾਣ ਦੇ ਵਿੱਚ ਆਪ ਦੇ ਕੋਲ ਹੀ ਇਹ ਗਿਆਨ ਹੈ, ਆਪ ਦੇ ਕੋਲ ਹੀ ਇਹ ਰਹਿਮਤ ਹੈ, ਆਪ ਹੀ ਹੋ ਜਿਹੜੇ ਖੋਟੇ ਤੇ ਖਰੇ ਨੂੰ ਪਛਾਣਦੇ ਹੋ। ਸ਼ਲੋਕ ਮਹਿਲਾ ਪਹਿਲਾ ਸੀਹਾ ਬਾਜਾ ਚਰਗਾ ਕੁਈਆ ਇਨਾ ਖਵਾਲੇ ਕਾ। ਸਤਿਗੁਰ ਸੱਚੇ ਪਾਤਸ਼ਾਹ ਨੇ ਕੋਲ ਸਿੱਖਾਂ ਨੇ ਬੇਨਤੀ ਕੀਤੀ, ਪਰਮੇਸ਼ਰ ਕਰਦਾ ਕੀ ਹੈ, ਉਹ ਕੀ ਕੰਮ ਕਰਦਾ ਇੱਥੇ,
ਤੇ ਇਹ ਬਹੁਤ ਲੰਬੀ ਸਾਖੀ ਵੀ ਇਹਦੇ ਨਾਲ ਜੋੜੀ ਜਾ ਸਕਦੀ ਹੈ। ਜਦੋਂ ਨਿਰੰਕਾਰ ਸੱਚੇ ਪਾਤਸ਼ਾਹ ਜੀ ਦਸਤਗੀਰ ਦੇ ਕੋਲ ਗਏ ਨੇ, ਪਰ ਆਪਾਂ ਉਹ ਸਾਖੀ ਤੋਂ ਤੁਹਾਨੂੰ ਜਾਣੂ ਹੋ, ਪਰ ਆਪਾਂ ਇੱਥੇ ਜੋ ਉਹਨਾਂ ਨੇ ਇਹ ਉਚਾਰਨ ਕੀਤਾ ਵੀ ਪਰਮਾਤਮਾ ਕਰਦਾ ਕੀ ਹੈ, ਤੇ ਇਸ ਕਾਰਨ ਕਰਕੇ ਹੁਣ ਆਪਾਂ ਇੱਥੋਂ ਆਪਾਂ ਗਿਆਨ ਲਈਏ ਭਈ ਨਿਰੰਕਾਰ ਮਿਹਰਬਾਨ ਦਿਆਲੂ ਕਿੱਥੇ ਕਿੱਥੇ ਉਹਦਾ ਹੁਕਮ ਚੱਲਦਾ। ਸਿੰਘਾਂ ਕਹਿੰਦੇ ਸ਼ੇਰਾਂ ਨੂੰ, ਸਿੰਘਾਂ ਬਾਜਾ ਚਰਗਾ ਕੁਹੀਆ ਇਹਨਾਂ ਕਵਾਲੇ ਖਾ, ਕਹਿੰਦੇ ਇਹ ਜਿਹੜੇ ਮਾਸ ਖਾਣ ਵਾਲੇ ਜੀਵ ਪਰਿੰਦੇ ਨੇ ਜਾਂ ਜਿਹੜੇ ਸ਼ੇਰ ਵਰਗੇ ਨੇ, ਹੋਰ ਬੜੀਆਂ ਚੀਜ਼ਾਂ ਨੇ, ਕਹਿੰਦੇ ਉਹਦੇ ਵਿੱਚ ਇੰਨੀ ਤਾਕਤ ਹੈ ਉਹ ਇਹਨਾਂ ਨੂੰ ਘਾਹ ਖਿਲਾ ਸਕਦਾ। ਸਮਝੇ ਨਾ ਮੈਂ ਗੱਲ ਨੂੰ, ਵੀ ਉਹ ਐਡਾ ਦਿਆਲੂ ਹੈ, ਉਹ ਐਡਾ ਉਹਦੇ ਵਿੱਚ ਤਾਕਤਾਂ ਦਾ ਮਾਲਕ ਹੈ, ਇਹ ਮਾਸਾਹਾਰੀਆਂ ਨੂੰ ਘਾਹ ਖਿਲਾ ਸਕਦਾ ਹੈ। ਕਾਹੋ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾ। ਹੁਣ ਕਈ ਬਹੁਤ ਬਲਦ ਨੇ ਜਿਹੜੇ ਘਾਹ ਖਾਂਦੇ ਨੇ, ਘਾਹ ਤਣ ਖਾਂਦੇ ਨੇ, ਜਿੱਦਾਂ ਬੋਲਦ ਨੇ ਜਾਂ ਹੋਰ ਇੱਥੇ ਮਹਾਰਾਜ ਨੇ ਵੈਸੇ ਕੋਈ ਬਲਦ ਦਾ ਨਾਂ ਰੱਖਿਆ ਹੈ, ਕਹਿੰਦੇ ਉਹਦੇ ਵਿੱਚ ਏਡੀ ਤਾਕਤ ਹੈ, ਇੰਨੀ ਉਹ ਆਪਣੇ ਤਾਕਤ ਦੇ ਰਾਹੀਂ ਇਹ ਜਿਹੜੇ ਬਲਦ ਘਾਹ ਖਾਣ ਵਾਲੇ ਜਿਹੜੇ ਜੀਵ ਜੰਤੇ ਨੇ, ਇਹਨਾਂ ਨੂੰ ਮਾਸ ਖਾਣ ਦੇ ਰਾਹ ਦੇ ਉੱਤੇ ਤੋਰ ਸਕਦਾ ਹੈ। ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ, ਕਹਿੰਦੇ ਆ ਜਿਹੜੀਆਂ ਨਦੀਆਂ ਇਹਨਾਂ ਦੇ ਵਿੱਚ ਧਰਤੀਆਂ ਨੂੰ ਪੈਦਾ ਕਰ ਲਊਗਾ, ਤੇ ਜਿਹੜੇ ਜਿੱਥੇ ਟਿੱਬੇ ਨੇ ਉੱਥੇ ਉਹ ਕਹਿੰਦੇ ਮਾਰੂ ਥਲ ਬਣਾ ਦਿੰਦਾ ਪਾਣੀ ਦੇ, ਉੱਥੇ ਵੱਡੇ ਵੱਡੇ ਦਰਿਆ ਬਣਾਉਣ ਦੀ ਸਮਰੱਥਾ ਰੱਖਦਾ ਨਿਰੰਕਾਰ। ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸਵਾ, ਕਹਿੰਦੇ ਬਹੁਤ ਗਰੀਬ ਕੀੜੇ ਵਰਗੇ ਜਿਹੜੇ ਨੀਚ ਨੇ, ਜਿਹੜੇ ਬਿਲਕੁਲ ਗਰੀਬ ਨੇ, ਜਿਨ੍ਹਾਂ ਨੂੰ ਕੋਈ ਪੁੱਛਦੇ ਕਹਿੰਦੇ ਉਹ ਤਾਂ ਏਦਾਂ ਨਿਰੰਕਾਰ ਦਿਆਲੂ ਹੈ, ਉਹਨਾਂ ਨੂੰ ਪਾਤਸ਼ਾਹੀਆਂ ਬਖਸ਼ ਦਿੰਦਾ ਹੈ। ਤੇ ਜਿਹੜੇ ਕਹਿੰਦੇ ਬੈਠੇ ਨੇ ਤਖਤਾਂ ਦੇ ਉੱਤੇ, ਉਹਨਾਂ ਨੂੰ ਇੱਕਦਮ ਉਹਨਾਂ ਦੇ ਕੋਲੋਂ ਪਾਤਸ਼ਾਹੀਆਂ ਖੋ ਕੇ ਉਹਨਾਂ ਨੂੰ ਸੁਆਹ ਕਰ ਦਿੰਦਾ। ਉਹਨਾਂ ਦੀ ਜਾਣੀ ਕਿ ਕਹਿਣ ਦਾ ਮਤਲਬ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਰਹਿਣ ਦਿੰਦਾ। ਜੇਤੇ ਜੀ ਜੀਵੈ ਲੈ ਸਾਹਾ ਜੀਵਾ ਲੈ ਤਾਂ ਕੇ ਅਸਾ, ਜਿੰਨੇ ਸੰਸਾਰ ਦੇ ਜੀਵ ਜੀਂਦੇ ਹਨ, ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਈ ਉਹਨਾਂ ਨੂੰ ਜਿਹੜੇ ਸਾਹ ਜਾਂ ਸਵਾਸ ਜਿਹੜੇ ਸਾਡੇ ਆ ਰਹੇ ਨੇ, ਇੱਕ ਆਂਦਾ ਤੇ ਇੱਕ ਜਾਂਦਾ, ਕਹਿੰਦੇ ਉਹੀ ਦੇ ਰਿਹਾ। ਪਰ ਜਦੋਂ ਉਸ ਦੀ ਰਜ਼ਾ ਹੁੰਦੀ, ਉਹ ਐਡਾ ਸਮਰੱਥ ਹੈ, ਉਹ ਜਿਹੜੇ ਜੀਵਾਲੇ ਤਾਂ ਕਿ ਆਸਾਹ, ਕਹਿੰਦੇ ਉਹ ਸਵਾਸਾਂ ਤੋਂ ਬਗੈਰ ਵੀ ਰੱਖ ਲੈਂਦਾ ਆਪਣੇ ਪਿਆਰਿਆਂ ਨੂੰ, ਜਿਨ੍ਹਾਂ ਨੂੰ ਉਹਨੇ ਬਣਾਇਆ। ਹੁਣ ਇੱਥੇ ਪਰਖ ਕੇ ਮੈਂ ਬੇਨਤੀ ਕੀਤੀ ਸੀ ਨਾ ਇੱਕ ਦਿਨ ਵੀ ਮੈਂ ਕਿਤੇ ਟੈਲੀਵਿਜ਼ਨ ਦੇ ਲੈਣ, ਪਰ ਮੈਂ ਟੈਲੀਵਿਜ਼ਨ ਦੇ ਉੱਤੇ ਉਹੀ ਚੀਜ਼ ਦਿੰਦਾ ਹੁੰਦਾ ਜਿਹਦੇ ਵਿੱਚੋਂ ਮੈਨੂੰ ਗਿਆਨ ਮਿਲੇ। ਔਰ ਇਹ ਡਿਸਕਵਰੀ ਦੇ ਵਿੱਚ ਬੜੇ ਤਗੜੇ ਪ੍ਰੋਗਰਾਮ ਹੁੰਦੇ ਜਿਹਦੇ ਵਿੱਚ ਆ ਜਿਹੜੀਆਂ ਬਾਕੀ ਜੂਨਾਂ ਨੇ ਉਹਨਾਂ ਦਾ ਗਿਆਨ। ਐਸੀਆਂ ਮੱਛੀਆਂ ਨੇ ਸਮੁੰਦਰ ਦੀ ਡੰਗਿਆਈ ਦੇ ਵਿੱਚ ਜਿਨ੍ਹਾਂ ਨੂੰ ਹਵਾ ਦੀ ਜ਼ਰੂਰਤ ਹੀ ਕੋਈ ਨਹੀਂ, ਸਾਰਾ ਜੀਵਨ ਸਵਾਸਾਂ ਤੋਂ ਬਗੈਰ ਹੀ ਉਹ ਕੱਟ ਲੈਂਦੀਆਂ ਨੇ। ਜਦੋਂ ਮੈਂ ਇਹਨਾਂ ਚੀਜ਼ਾਂ ਨੂੰ ਦੇਖਿਆ ਤੇ ਅਚਰਜ ਰਹਿ ਗਿਆ ਵੀ ਇਹ ਨਿਰੰਕਾਰ ਜੋ ਤੁਸੀਂ ਗੁਰਬਾਣੀ ਦੇ ਵਿੱਚ ਗਿਆਨ ਸੰਸਾਰ ਨੂੰ ਦੇ ਰਹੇ ਹੋ, ਇਹ ਇੰਨਾ ਸੱਚ ਹੈ। ਕਿਤੇ ਇਸ ਸੰਸਾਰ ਦੇ ਉੱਤੇ ਜੀਵ ਇਹਨੂੰ ਪਕੜ ਲਵੇ ਤਾਂ ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦਾ ਮਰੀਦ ਬਣ ਜਾਵੇ, ਤੇ ਉਸ ਨੂੰ ਤੁਸੀਂ ਸਾਰੀਆਂ ਦਾਤਾਂ ਬਖਸ਼ ਕੇ ਇੱਥੇ ਤੱਕ ਜਨਮ ਤੇ ਮਰਨ ਖਤਮ ਕਰ ਦਿੰਦੇ ਹੋ। ਕਹਿੰਦੇ ਉਹ ਜਿਹੜਾ ਅਕਾਲ ਪੁਰਖ ਹੈ, ਉਹ ਜਿਹੜੇ ਜੀਂਦੇ ਨੇ ਉਹਨਾਂ ਨੂੰ ਜਿਹੜੇ ਜੀ ਰਹੇ ਨੇ ਉਹਨਾਂ ਤੋਂ ਸਾਹ ਖਿੱਚ ਕੇ ਉਹਨਾਂ ਨੂੰ ਖਤਮ ਕਰ ਦਿੰਦੇ ਨੇ। ਤਾਂ ਕਹਿੰਦੇ ਕਈ ਐਸੇ ਜੀਵ ਵੀ ਉਸਨੇ ਬਣਾਏ ਨੇ ਜਿਨ੍ਹਾਂ ਨੂੰ ਸਾਹ ਤੋਂ ਬਗੈਰ ਰੱਖਦੇ ਹਨ। ਨਾਨਕ ਜਿਉਂ ਜਿਉਂ ਸੱਚੇ ਭਾਵੈ ਤਿਉ ਤੋਂ ਦੇ ਗਿਰਾ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਜਿਉਂ ਜਿਉਂ ਸੱਚੇ ਭਾਵੇ। ਨਿਰੰਕਾਰ ਜੀ ਕਹਿੰਦੇ ਨੇ ਜਿੱਦਾਂ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਹੈ, ਜਿੱਦਾਂ ਉਹਨੂੰ ਚੰਗਾ ਲੱਗਦਾ, ਉਸੇ ਤਰ੍ਹਾਂ ਇਹ ਸੰਸਾਰ ਦੇ ਉੱਤੇ ਜੀਵਾਂ ਨੂੰ ਭੋਜਨ ਦੇ ਰਿਹਾ। ਗਿਰਾਹ ਦਾ ਮਤਲਬ ਤੇ ਗ੍ਰਾਹੀ ਕਹਿੰਦੇ ਨੇ ਬੁਰਕੀ ਨੂੰ, ਕਹਿੰਦੇ ਉਹਨਾਂ ਨੂੰ ਉਹ ਭੋਜਨ ਉਦਾਂ ਦਾ ਦੇ ਰਿਹਾ ਜਿੱਦਾਂ ਦਾ ਉਹਨੂੰ ਪਾਉਂਦਾ ਹੈ। ਪਰ ਉਹਦੇ ਵਿੱਚ ਬੜੀ ਤਾਕਤ ਹੈ। ਸ਼ੇਰ ਨੂੰ ਘਾਹ ਖਾਣ ਨੂੰ ਲਾ ਸਕਦਾ ਹੈ ਤੇ ਬੁੱਲਦ ਨੂੰ ਮਾਸ ਖਾਣ ਦੇ ਉੱਤੇ ਲਾ ਸਕਦਾ, ਮਰਿਆ ਨੂੰ ਸਾਹ ਤੋਂ ਬਗੈਰ ਜੀਂਦੇ ਰੱਖ ਸਕਦਾ ਹੈ। ਜਿਹੜੇ ਜਾਣੀ ਕਿ ਹਵਾ ਤੋਂ ਬਗੈਰ ਸਾਰੇ ਤਾਂ ਨਹੀਂ ਜੀ ਸਕਦੇ, ਜਿਹੜੇ ਸਾਹ ਲੈ ਰਹੇ ਨੇ ਉਹਨਾਂ ਦੇ ਸਾਹ ਖੋ ਵੀ ਸਕਦਾ ਹੈ, ਤੇ ਸਾਹ ਤੋਂ ਬਗੈਰ ਰੱਖਣ ਵਾਲੇ ਵੀ ਜੀਵ ਉਸ ਨੇ ਬਣਾਏ ਹੋਏ ਨੇ। ਨਿਰੰਕਾਰ ਤਾਂ ਹੀ ਕਹਿੰਦੇ ਨੇ ਕਿ ਜਿੱਦਾਂ ਉਹਨੂੰ ਪਾਉਂਦਾ ਉਸੇ ਤਰ੍ਹਾਂ ਦਾ ਹੀ ਭੋਜਨ ਉਹਨਾਂ ਨੂੰ ਬਖਸ਼ ਰਿਹਾ ਹੈ। ਮਹਿਲਾ ਪਹਿਲਾ
ਇੱਕ ਮਾਸਾਹਾਰੀ ਇੱਕ ਤ੍ਰਿਣ ਖਾਹੇ, ਇੱਕ ਨਾ ਛੱਤੀ ਹੀ ਅੰਮ੍ਰਿਤ ਪਾਹੇ। ਕਹਿੰਦੇ ਉਹ ਅਕਾਲ ਪੁਰਖ ਨੇ ਸੰਸਾਰ ਬਣਾਇਆ ਦਾ ਕਿਸ ਤਰ੍ਹਾਂ ਦਾ ਫੇ? ਤੇ ਮਹਾਰਾਜ ਕਹਿੰਦੇ ਵੀ ਇੱਕ ਤਾਂ ਉਹਨੇ ਮਾਸਾਹਾਰੀ ਬਣਾ ਦਿੱਤੇ, ਆ ਜਿਹੜੇ ਜਿੱਦਾਂ ਸ਼ੇਰ, ਬਘਿਆੜ, ਹੋਰ ਅਨੇਕਾਂ ਤਰ੍ਹਾਂ ਦੇ ਜਾਨਵਰ ਨੇ ਜਿਹੜੇ ਸਿਰਫ ਮਾਸ ਹੀ ਖਾਂਦੇ ਨੇ। ਤੇ ਕਹਿੰਦੇ ਇੱਕ ਉਹਨੇ ਉਹ ਮਾਸਾਹਾਰੀ ਬਣਾ ਦਿੱਤੇ, ਇੱਕ ਜਿਹੜੇ ਘਾਹ ਫੂਸ ਖਾਣ ਵਾਲੇ ਬਣਾ ਦਿੱਤੇ, ਇੱਕ ਨਾ 36 ਅੰਮ੍ਰਿਤ ਖਾਏ। ਉਹਨੇ 36 ਤਰ੍ਹਾਂ ਦੇ ਭੋਜਨ ਪਸ਼ੂਆਂ ਨੂੰ ਜਾਂ ਮਾਸਾਹਾਰੀ ਨੂੰ ਦਿੱਤੇ, ਇਹ ਜੀਵ ਨੂੰ ਦਿੱਤੇ, ਮਨੁੱਖਾਂ ਨੂੰ ਦੇਹ ਨੂੰ ਦਿੱਤੇ, ਇਨਸਾਨ ਨੂੰ ਦਿੱਤੇ ਸਤਿਗੁਰ ਸੱਚੇ ਪਾਤਸ਼ਾਹ ਨੇ। ਇਹ ਪੰਜ ਭੂਤਿਕ ਸਰੀਰ ਨੂੰ ਦਿੱਤੇ। ਕਹਿੰਦੇ ਇਹ ਪੰਜ ਭੂਤਿਕ ਸਰੀਰ ਦੇ ਵਿੱਚ 36 ਤਰ੍ਹਾਂ ਦੇ ਭੋਜਨ ਅੰਮ੍ਰਿਤ ਵਰਗੇ ਖਾਣ ਵਾਲੇ ਵੀ ਬਣਾ ਦਿੱਤੇ। ਕਰੋ ਕਿਰਪਾ। ਇੱਕ ਮਿੱਟੀਆ ਮਹਿ ਮਿੱਟੀਆ ਖਾਹੇ, ਇੱਕ ਪੌਣ ਸਪਾਰੀ, ਇੱਕ ਗਾਂ ਬਨਾਲ, ਇੱਕ ਪੌਣ ਸਪਾਰੀ, ਪੌਣ ਸਮਾਰ। ਇੱਕ ਮਿੱਟੀਆ ਮਹਿ ਮਿੱਟੀਆ ਖਾਹੇ, ਇੱਕ ਪੌਣ ਸਮਾਰੀ ਪੌਣ ਸਮਾਰ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਇੱਕ ਮਿੱਟੀਆ, ਇੱਕ ਜਿਹੜੇ ਮਿੱਟੀ ਦੇ ਉੱਤੇ ਆਪਣਾ ਸਰੀਰ ਰੇੜ ਕੇ ਤੁਰਦੇ ਨੇ, ਉਹ ਮਿੱਟੀ ਖਾਂਦੇ ਨੇ, ਜਿੱਥੇ ਸੱਪ ਦਾ ਹਵਾਲਾ ਦਿੰਦੇ ਨੇ। ਕਹਿੰਦੇ ਇੱਕ ਐਸੇ ਜੀਵ ਬਣਾਤੇ ਮਾਲਕ ਨੇ ਜਿਨ੍ਹਾਂ ਨੂੰ ਰਿੱਧੀਆਂ ਸਿੱਧੀਆਂ ਦੇ ਨਾਲ ਉਹ ਪੌਣ ਹਵਾ ਹੀ ਖਾਂਦੇ ਨੇ, ਭੋਜਨ ਖਾਂਦੇ ਨੇ। ਇਸ ਤਰ੍ਹਾਂ ਦੇ ਜੋਗੀ ਵੀ ਉਸ ਨੇ ਹੀ ਬਣਾਏ ਹੋਏ ਨੇ। ਇੱਕ ਨਿਰੰਕਾਰੀ ਨਾਮ ਆਧਾਰ। ਗਾਹਾਂ ਪੜੋ, ਤਿੰਨੇ ਪੜ੍ਹਦੇ ਲਾਈਨਾਂ ਇਕੱਠੀਆਂ ਹੀ। ਜੀਵੇ ਦਾਤਾ ਮਰੇ ਨ ਕੋਏ, ਨਾਨਕ ਮੁਠੇ ਜਾਹੇ ਨਾਹੀ ਮਨ ਸੋਏ। ਖਿਆਲ ਕਰਿਆ ਕਰੋ, ਜਿਸ ਲਈ ਇੱਕ ਲਿਖਿਆ ਉਸ ਤੋਂ ਬਾਅਦ ਜਿਹਦਾ ਹੁਣ ਦੋ ਲਿਖਿਆ ਹੈ, ਸੋ ਇਸ ਕਰਕੇ ਪੂਰੇ ਦਾ ਪੂਰਾ ਪੜ੍ਹਨਾ ਹੁੰਦਾ। ਯਾਨੀ ਇੱਕ ਨਿਰੰਕਾਰੀ ਨਾਮ ਆਧਾਰ, ਇੱਕ ਉਹ ਨਿਰੰਕਾਰ ਸੱਚੇ ਪਾਤਸ਼ਾਹ ਨੇ ਆਪਣੀ ਕਿਰਪਾ ਕਰਕੇ ਉਹਨਾਂ ਨੂੰ ਨਾਮ ਦਾ ਆਸਰਾ ਦੇ ਦਿੱਤਾ। ਤੇ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਜਿਹੜਾ ਪਰਮਾਤਮਾ ਹੈ ਉਹ ਸਦਾ ਹੀ ਜਿਉਂਦਾ ਰਹਿੰਦਾ ਹੈ। ਉਹਦੀ ਕਿਰਪਾ ਦੇ ਨਾਲ ਕੋਈ ਭੁੱਖ ਦੇ ਨਾਲ ਨਹੀਂ ਮਰਦਾ। ਗਰੀਬ ਤੋਂ ਗਰੀਬ ਵੀ ਤੁਸੀਂ ਜਿਹੜੀ ਮਰਜ਼ੀ ਧਰਤੀ ਤੇ ਚਲ ਜਾਵੋ, ਉਹਨਾਂ ਨੂੰ ਸਵੇਰ ਦਾ ਤੇ ਸ਼ਾਮ ਦਾ ਭੋਜਨ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਜਾਂਦਾ। ਕੋਈ ਸੇਵਾ ਕਰਕੇ ਪਹੁੰਚਾ ਦਿੰਦਾ ਹੈ, ਕੋਈ ਨਿਰੰਕਾਰ ਖੇਡ ਵਰਤਾ ਕੇ ਉੱਥੇ ਕੋਈ ਬਹੁਤ ਵੱਡੇ ਵੱਡੇ ਟਰੱਕ ਹੀ ਜਾ ਕੇ, ਜਾਂ ਜਿਸ ਤਰ੍ਹਾਂ ਹੁਣ ਗੁਰੂ ਕੇ ਸਿੱਖ ਲੰਗਰ ਲਾਉਂਦੇ ਨੇ, ਉਹ ਲੰਗਰਾਂ ਰਾਹੀਂ ਉਹ ਦੇਖਦੇ ਨੇ ਵੀ ਕਿਹੜੀ ਜਾਤ ਦਾ ਆ ਗਿਆ, ਕਿਹੜੀ ਪਾਤ ਦਾ ਆ ਗਿਆ, ਗਰੀਬ ਆ ਗਿਆ, ਅਮੀਰ ਆ ਗਿਆ, ਸਾਰਿਆਂ ਨੂੰ ਭੋਜਨ ਦੇ। ਪਰ ਇਹ ਲੰਗਰ ਜਿਹੜੇ ਨੇ ਇਹ ਅਕਾਲ ਪੁਰਖ ਨਿਰੰਕਾਰ ਆਪ ਹੀ ਲਵਾ ਰਿਹਾ, ਆਪ ਹੀ ਨਿਰੰਕਾਰ ਉਹਨਾਂ ਦੇ ਉੱਤੇ ਕਿਰਪਾ ਕਰ ਰਿਹਾ। ਕਹਿੰਦੇ ਜੀਵੇ ਦਾਤਾ ਮਰੇ ਨਾ ਕੋਏ, ਉਹ ਸਤਿਗੁਰ ਸੱਚੇ ਪਾਤਸ਼ਾਹ ਦਾਤਾ ਐਡਾ ਸਮਰੱਥ ਹੈ, ਉਹਦੇ ਵੱਲੋਂ ਸਾਰਿਆਂ ਨੂੰ ਰਿਜ਼ਕ ਦਿੱਤਾ ਜਾਂਦਾ। ਉਹਦੇ ਹੁਕਮ ਦੇ ਵਿੱਚ, ਉਹਦੇ ਸਮੇਂ ਦੇ ਵਿੱਚ ਕੋਈ ਭੁੱਖਾ ਨਹੀਂ ਮਰਦਾ। ਨਾਨਕ ਮੁਠੇ ਜਾਹੇ ਨਾਹੀ ਮਨ ਸੋਏ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਤਾਂ ਉਹ ਵਸ ਗਿਆ, ਨਾਨਕ ਮੁਠੇ ਜਾਹੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਵਸ ਗਿਆ ਉਹ ਤਾਂ ਬਚ ਗਿਆ, ਪਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਵਸਿਆ ਨਹੀਂ, ਜਿਹੜੇ ਕਾਮਦਾਇਕਾਂ ਦੇ ਵਿੱਚ ਫਸੇ ਹੋਏ ਨੇ, ਉਹ ਇਸ ਸੰਸਾਰ ਦੇ ਉੱਤੇ ਦੈਂਤ ਜਿਹੜੇ ਨੇ, ਤੱਤ ਜਿਹੜੇ ਨੇ, ਉਹਨਾਂ ਵੱਲੋਂ ਲੁੱਟੇ ਹੋਏ ਠਗੇ ਜਾਂਦੇ ਹਨ। ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਐ, ਗੁਰਮਤੀ ਆਪ ਗਵਾਏ ਨਾਮ ਧਿਆਈਐ, ਦੂਜੀ ਕਾਰੇ ਲੱਗ ਜਨਮ ਗਵਾਈਐ। ਇੱਥੇ ਅਖੜਾ ਸਮਝਣਾ, ਆ ਦੋ ਪੜੀਆਂ ਲਾਈਨਾਂ ਦੁਬਾਰਾ ਪੜਿਓ। ਪੂਰੇ ਗੁਰ ਕੀ ਕਾਰ, ਪੂਰੇ ਗੁਰ ਕੀ ਕਾਰ ਕਰਮ ਕਮਾਈਐ, ਗੁਰਮਤੀ ਆਪ ਗਵਾਏ ਨਾਮ ਧਿਆਈਐ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਪੂਰੇ ਗੁਰੂ ਦੀ ਕਾਰ, ਪੂਰੇ ਗੁਰੂ ਦੀ ਕਿਰਪਾ ਦੇ ਨਾਲ ਹੀ ਰਾਹੀਂ ਉਹਦੀ ਸੇਵਾ ਆਪਾਂ ਕਰੀਏ, ਇਸ ਤਰ੍ਹਾਂ ਦੇ ਕਰਮ ਕਰੀਏ ਜਿਹੜੇ ਕਰਮ ਉਹਨੂੰ ਅੱਛੇ ਲੱਗ ਜਾਣ। ਗੁਰਮਤੀ, ਹੁਣ ਗੁਰੂ ਤੋਂ ਗਿਆਨ ਲੈ ਕੇ ਪੂਰੇ ਦੇ ਕੋਲੋਂ ਆਪਣੇ ਆਪ ਨੂੰ, ਆਪਣੀ ਹੋਂਦ ਨੂੰ ਖਤਮ ਕਰਕੇ ਉਹ ਨਾਮ ਦੇ ਵਿੱਚ ਸਮਾ ਜਾਣਾ ਚਾਹੀਦਾ। ਨਾਮ ਧਿਆਉਣਾ ਕਰੋ। ਦੂਜੀ ਕਾਰੇ ਲੱਗ ਜਨਮ ਗਵਾਈਐ, ਵਿਣ ਨਾਵੇਂ ਸਭ ਵਿਸ ਪੈਂਜੈ ਖਾਈਐ। ਨਾਮ ਤੋਂ ਬਗੈਰ ਦੂਸਰੇ ਕੰਮਾਂ ਦੇ ਵਿੱਚ ਲੱਗ ਕੇ ਜਿਹੜੇ ਮਾਇਆ ਦੇ ਕਾਰਜ ਨੇ, ਇਹ ਮਨੁੱਖਾ ਜਿਹੜਾ ਜਨਮ ਹੈ ਇਹ ਅਸਫਲ, ਅਨਿਆਈ ਹੀ ਗਵਾਇਆ ਜਾਂਦਾ ਹੈ, ਵਿਅਰਥ ਚਲੇ ਜਾਂਦਾ ਹੈ। ਨਾਮ ਤੋਂ ਬਗੈਰ ਜਿਤਨਾ ਵੀ ਖਾਣਾ ਤੇ ਪਹਿਨਣਾ ਹੈ ਇਹ ਸਾਰਾ ਜ਼ਹਿਰ ਬਰੋਬਰ ਹੈ, ਵਿਸੂ ਦੇ ਬਰੋਬਰ ਹੈ। ਸੱਚਾ ਸ਼ਬਦ ਸਲਾਹੇ ਸੱਚ ਸਮਾਈਐ, ਬਿਨ ਸਤਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਆਈਐ। ਸੱਚਾ ਸ਼ਬਦ ਸਲਾਹੇ ਸੱਚ ਸਮਾਈਐ, ਸੱਚੇ ਗੁਰੂ ਦੇ ਨਿਰੰਕਾਰ ਦੇ ਨਾਮ ਦੀ ਕਿਰਪਾ ਦੇ ਨਾਲ ਅਸੀਂ ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਸਕਦੇ ਹਾਂ। ਉਹਦੇ ਵਿੱਚ ਅਭੇਦ ਹੋ ਜਾਂਦੇ ਨੇ ਜੀਵ।
ਜਿਨ੍ਹਾਂ ਨੇ ਸੱਚੇ ਨਾਮ ਦੀ ਸਿਫਤ ਸਲਾਹ ਕੀਤੀ, ਸੱਚੇ ਨਾਮ ਦੀ ਆਰਾਧਨਾ ਕੀਤੀ, ਸੱਚੇ ਨਾਮ ਨੂੰ ਹਿਰਦੇ ਚ ਵਸਾਇਆ। ਬਿਨ ਸਤਿਗੁਰ ਸੇਵੇ ਸੁਖ ਨਹੀਂ ਸੁਖ। ਸਤਿਗੁਰ ਦੀ ਸੇਵਾ ਕੀਤੀ ਤੋਂ ਬਗੈਰ, ਬੰਦਗੀ ਕੀਤੇ ਤੋਂ ਬਗੈਰ ਭਾਈ ਇਹ ਸੁੱਖ ਨਹੀਂ ਪ੍ਰਾਪਤ ਹੁੰਦਾ। ਨਿਵਾਸ ਮੁੜ ਕੇ ਕਹਿੰਦੇ ਉਹਨਾਂ ਨੂੰ ਸੁੱਖਾਂ ਦੇ ਵਿੱਚ ਕੋਈ ਨਿਵਾਸ ਨਹੀਂ, ਕੋਈ ਵੀ ਸੁੱਖ ਨਹੀਂ ਪ੍ਰਾਪਤ ਹੁੰਦਾ। ਫਿਰ ਆਈਏ ਉਹ ਮੁੜ ਕੇ ਸੰਸਾਰ ਦੇ ਉੱਤੇ ਵੱਖਰੇ ਵੱਖਰੇ ਜਨਮ ਧਾਰਨ ਕਰਕੇ 84 ਲੱਖ ਜੂਨ ਦੇ ਵਿੱਚ ਪੈ ਜਾਂਦੇ ਹਨ। ਦੁਨੀਆ ਖੋਟੀ ਰਾਸ ਕੂੜ ਕਮਾਈਐ, ਨਾਨਕ ਸੱਚ ਖਰਾ ਸਲਾਹੇ ਪਤ ਸਿਉ ਜਾਈਐ। ਨਿਰੰਕਾਰ ਕਹਿੰਦੇ ਨੇ ਦੁਨੀਆ ਦੀ ਜਿਹੜੀ ਖੋਟੀ ਰਾਸ, ਇਹ ਜਿਹੜੀ ਪੂੰਜੀ ਝੂਠੀ ਮਾਇਆ ਦੇ ਵੱਲੋਂ, ਮਾਇਆ ਦੇ ਕਾਰਜ ਕਰਨੇ, ਕਹਿੰਦੇ ਇਹ ਤਾਂ ਇਸ ਤਰ੍ਹਾਂ ਵਿੱਚ ਤਾਂ ਇਹ ਝੂਠ ਨੂੰ ਕਮਾਉਂਦੇ ਨੇ, ਸੱਚ ਨੂੰ ਨਹੀਂ ਕਮਾਉਂਦੇ, ਝੂਠ ਨੂੰ ਕਮਾਉਂਦੇ ਨੇ। ਕਹਿੰਦੇ ਜਿਹੜੇ ਕਿ ਇਹਨਾਂ ਦੇ ਕਿਤੇ ਵੀ ਕੰਮ ਨਹੀਂ ਆਉਣ ਵਾਲੇ। ਨਾਨਕ ਸੱਚ ਖਰਾ ਸਲਾਹੇ ਪਤ ਸਿਉ ਜਾਈਏ। ਜਿਹੜੇ ਨਿਰੰਕਾਰ ਕਹਿੰਦੇ ਨੇ ਇੱਥੇ ਸੰਸਾਰ ਦੇ ਉੱਤੇ ਉਸ ਨਿਰੰਕਾਰ ਦੇ ਉੱਤੇ ਸ਼ਰਧਾ ਰੱਖ ਕੇ, ਉਸ ਨਿਰੰਕਾਰ ਦੇ ਨਾਮ ਦੇ ਨਾਲ ਜੁੜ ਕੇ ਸੱਚਾ ਖਰਾ ਸੌਦਾ ਖਰੀਦਦੇ ਨੇ, ਸੱਚੀ ਖਰੀ ਉੱਚੀ ਸਿਫਤ ਸਲਾਹ ਕਰਦੇ ਨੇ। ਕਹਿੰਦੇ ਉਹ ਇਥੋਂ ਸੰਸਾਰ ਦੇ ਉੱਤੇ ਉਹਨਾਂ ਨੂੰ ਇੱਥੇ ਵੀ ਇੱਜ਼ਤ ਮਾਣ ਪ੍ਰਾਪਤ ਹੁੰਦਾ ਹੈ, ਤੇ ਸੰਸਾਰ ਤੋਂ ਜਾਂਦੇ ਜਿਸ ਵੇਲੇ ਨੇ ਉਸ ਵੇਲੇ ਪਰਲੋਕ ਦੇ ਵਿੱਚ ਵੀ ਉਹਨਾਂ ਨੂੰ ਨਿਰੰਕਾਰ ਉਹਨਾਂ ਦੀ ਸਿਫਤ ਸਲਾਹ ਕਰਾਉਂਦੇ ਨੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਥੋਂ ਉਹ ਆਪਣੀ ਸਿਫਤ ਸਲਾਹ ਕਰਕੇ ਇਹ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਨੇ। ਅੱਜ ਇੰਨੀ ਹੀ ਸੇਵਾ ਆਪ ਜੀ ਨੇ ਪ੍ਰਵਾਨ ਕਰ ਲੈਣੀ, ਕਿਰਪਾ ਕਰਨੀ। ਬਾਣੀ ਪੜ੍ਹਦੇ ਤੋਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਗੁਰੂ ਕੀ ਸੰਗਤ ਬਖਸ਼ੰਦ ਹੈ, ਛੁੱਟੀਆਂ ਬਖਸ਼ਿਸ਼ ਕਰੋ, ਕਿਰਪਾ ਕਰੋ, ਮਿਹਰ ਕਰੋ, ਰਹਿਮ ਕਰੋ। ਕਾਮ ਕ੍ਰੋਧ ਲੋਭ ਅਹੰਕਾਰ ਤੋਂ ਬਚਾ ਕੇ ਨਿਰੰਕਾਰ ਆਪ ਜੀ ਦੀ ਸੇਵਾ ਦੇ ਵਿੱਚ ਲਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।